दोस्तों, पंजाबी ਸਾਹਿਤ ਵਿੱਚ ਅਮਰਨਾਥ ਕੌਸਤਭ ਇੱਕ ਅਜਿਹਾ ਨਾਮ ਹੈ ਜਿਹੜਾ ਬਹੁਤ ਦੇਰ ਤੱਕ ਅਣਗੌਲੇ ਰਿਹਾ ਔਰ ਪੰਜਾਬੀ ਜ਼ੁਬਾਨ ਦੀਆਂ ਇਹੋ ਜਿਹੀਆਂ ਬਹਿਰਾਂ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਸ਼ਾਇਰ ਨੇ ਛੋਹਿਆ ਵੀ ਨਹੀਂ। ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਕਮਾਲ ਆ ਉਹ ਸਾਡੇ ਮੇਰਾ ਖਿਆਲ ਅਸੀਂ ਤਰਸੇਮ ਨੂਰ ਸਾਹਿਬ ਹੋਰਾਂ ਨਾਲ ਗੱਲ ਕਰਦੇ ਹੁੰਦੇ ਤੇ ਉਹ ਬਹੁਤ ਵਾਰੀ ਉਹਨਾਂ ਦਾ ਜ਼ਿਕਰ ਕਰਦੇ ਆ ਜਿਹੜੇ ਕਮਾਲ ਉਹਨਾਂ ਨੇ ਸਿਰਜੇ ਆ। ਤੇ ਮੇਰਾ ਵਾਸਤਾ ਬਹੁਤ ਦੇਰ ਤੱਕ ਹੁਣ ਪਿਛਲੇ ਕਾਫੀ ਸਮੇਂ ਤੋਂ ਜਨਾਬ ਹਰਜਿੰਦਰ ਬਲ ਸਾਹਿਬ ਨਾਲ ਵੀ ਆ ਔਰ ਉਹ ਵੀ ਅਕਸਰ ਉਹਨਾਂ ਦੀ ਗੱਲ ਕਰਦੇ ਹੁੰਦੇ ਆ। ਪਰ ਸਾਡਾ ਦੁਖਾਂਤ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਅਮਰਨਾਥ ਕੌਸਤਭ ਦਾ ਜੋ ਮੁਕਾਮ ਹੋਣਾ ਚਾਹੀਦਾ ਸੀ ਉਹ ਮੇਰਾ ਖਿਆਲ ਹੈ ਕਿ ਤਕਰੀਬਨ ਸਾਹਿਤ ਨਾਲ ਜੁੜੇ ਹੋਏ 80% ਲੋਕਾਂ ਦੇ ਨਾਲ ਅਮਰਨਾਥ ਕੌਸਤਭ ਦੀ ਜਾਣ ਪਛਾਣ ਵੀ ਨਹੀਂ ਹੋ ਸਕੀ। ਔਰ ਅੱਜ ਸਬੱਬ ਨਾਲ ਉਹਨਾਂ ਦੇ ਭਤੀਜੇ ਸਾਡੇ ਕੋਲ ਆਏ ਸੀ, ਦਲਜੀਤ ਹੰਸ ਜੀ, ਤੇ ਅਸੀਂ ਚਾਹਿਆ ਕਿ ਉਹਨਾਂ ਨਾਲ ਉਹਨਾਂ ਦੀਆਂ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣ ਔਰ ਛੋਟੀ ਜਿਹੀ ਮੁਲਾਕਾਤ ਅਸੀਂ ਇੱਕ ਆਪਣੇ ਸਰੋਕਾਰ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਦਲਜੀਤ ਹੰਸ ਦੇ ਨਾਲ ਗੱਲਬਾਤ ਕਰਾਂਗੇ ਆਪਾਂ। ਔਰ ਬਲ ਸਾਹਿਬ ਦੇ ਨਾਲ ਗੱਲ ਕਰਦਿਆਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀਆਂ ਕੁਛ ਗਜ਼ਲਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਤੁਸੀਂ ਉਹਨੂੰ ਪੰਜਾਬੀ ਜ਼ੁਬਾਨ ਦੀ ਜਿੱਦਾਂ ਪੰਜਾਬੀ ਲਿਪੀ ਦੇ ਵਿੱਚ ਲਿਖੀਆਂ ਜਾਂਦੀਆਂ ਖੱਬੇ ਸੱਜੇ ਤੱਕ, ਤੇ ਉਹਨੂੰ ਤੁਸੀਂ ਖੱਬਿਓਂ ਸੱਜੇ ਪੜ੍ਹ ਲਓ ਤਾਂ ਵੀ ਉਹਦੇ ਉਹੀ ਅਰਥ ਨਿਕਲਦੇ, ਭਾਵੇਂ ਤਾਂ ਸੱਜੋਂ ਖੱਬੇ ਪੜ੍ਹ ਲਓ ਤਾਂ ਵੀ ਉਹਦੇ ਉਹੀ ਅਰਥ ਨੇ। ਔਰ ਹੋਰ ਤਾਂ ਹੋਰ ਇਹੋ ਜਿਹੇ ਕਮਾਲ ਵੀ ਨੇ ਕਿ ਤੁਸੀਂ ਇੱਕ ਸਫ਼ੇ ਦੇ ਪਹਿਲੇ ਅੱਖਰ ਤੋਂ ਉਹਨੂੰ ਪੜ੍ਹਨਾ ਸ਼ੁਰੂ ਕਰੋ ਤੇ ਤਿਕੋਣੇ ਤਰੀਕੇ ਨਾਲ ਉਹਦੇ ਗਜ਼ਲ ਦੇ ਆਖਰੀ ਉਹਦੇ ਲਫ਼ਜ਼ ਤੱਕ ਵੀ ਜਾਓ ਤਾਂ ਉਹਦੇ ਆਪਣੇ ਮਤਲਬ ਨਿਕਲਦੇ ਆ। ਔਰ ਮੇਰਾ ਖਿਆਲ ਹੈ ਕਿ ਕੀ ਹੈ ਕਿ ਇਹ ਤਾਂ ਬਲ ਸਾਹਿਬ ਹੋਰਾਂ ਦਾ ਮੰਨਣਾ ਵੀ ਆ ਤੇ ਬਈ ਇਹੋ ਜਿਹਾ ਕਮਾਲ ਪੰਜਾਬੀ ਸਾਹਿਤ ਵਿੱਚ ਮੇਰਾ ਖਿਆਲ ਹੈ ਵੀ ਕਿਸੇ ਨੇ ਨਹੀਂ ਕੀਤਾ। ਔਰ ਇਸ ਮੁਲਾਕਾਤ ਵਿੱਚ ਸਿਰਫ ਦਲਜੀਤ ਹੰਸ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਯਾਦਾਂ ਆ ਉਹ ਸਾਂਝੀਆਂ ਕਰਾਂਗੇ ਤੇ ਹੋ ਸਕਦਾ ਕਿ ਆਉਣ ਵਾਲੀ ਮੁਲਾਕਾਤ ਵਿੱਚ ਜਾਂ ਉਸ ਤੋਂ ਅਗਲੀ ਮੁਲਾਕਾਤ ਵਿੱਚ ਕੌਸਤਭ ਸਾਹਿਬ ਦੀ ਕਿਤਾਬ ਦੇ ਉੱਪਰ ਥੋੜ੍ਹਾ ਜਿਹਾ ਰਿਸਰਚ ਵਰਕ ਤੇ ਥੋੜ੍ਹੀ ਜਿਹੀ ਹੋਰ ਵਧੇਰੇ ਜਾਣਕਾਰੀ ਜਿਹੜੀ ਉਹਨਾਂ ਦੀ ਅਰਬੀ, ਹਿੰਦੀ, ਉਰਦੂ ਔਰ ਪੰਜਾਬੀ ਸਾਹਿਤ ਨੂੰ ਦੇਣ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਦੇ ਲਈ ਆਪਾਂ ਮਿਲਦੇ ਹਾਂ ਦਲਜੀਤ ਹੰਸ ਨੂੰ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦਲਜੀਤ ਹੰਸ ਤੁਹਾਡਾ ਆਪਣਾ। ਮੇਰੇ ਸੰਗੀਤ ਦਾ ਮੇਰਾ ਬਚਪਨ ਤੋਂ ਹੀ ਸ਼ੌਕ ਆ ਤੇ ਮੇਰੀ ਜਿਹੜੀ ਪੈਦਾਇਸ਼ ਆ ਉਹ ਇੱਥੇ ਜਲੰਧਰ ਹੀ ਆਬਾਦਪੁਰਾ ਮੁਹੱਲਾ ਹੈਗਾ ਤੇ 2 ਨੰਬਰ ਗਲੀ 'ਚ ਸਾਡਾ ਘਰ ਆ ਤੇ ਅਸੀਂ ਉੱਥੇ ਹੀ ਮੇਰੀ ਪੈਦਾਇਸ਼ ਹੋਈ ਆ। ਬੈਕਗਰਾਊਂਡ ਸਾਡਾ ਹੈਗਾ ਜਿਹੜਾ ਪਿੰਡ ਮਡੇਰ ਆ, ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਹੈਗਾ, ਮਕੰਦਪੁਰ ਦੇ ਨਾਲ ਹੀ ਆ ਮਡੇਰ, ਤੇ ਉਹ ਸਾਡਾ ਬੈਕਗਰਾਊਂਡ ਪਿੰਡ ਆ। ਅਸੀਂ ਸਾਰੇ ਫਾਦਰ ਸਾਹਿਬ ਜਲੰਧਰ ਜੋਬ ਕਰਦੇ ਸੀਗੇ ਤੇ ਅਸੀਂ ਉਹ ਫਾਦਰ ਸਾਹਿਬ ਕੰਟੀਨਿਊ ਰੋਜ਼ ਅਪ ਡਾਊਨ ਕਰਦੇ ਸੀ ਤੇ ਹੌਲੀ ਹੌਲੀ ਕਰਕੇ ਅਸੀਂ ਇੱਥੇ ਸ਼ਿਫਟ ਹੋ ਗਏ ਤੇ ਉਦੋਂ ਦੇ ਅਸੀਂ ਜਲੰਧਰ ਹੀ 1977 ਤੋਂ 8 ਤੋਂ ਅਸੀਂ ਜਲੰਧਰ 'ਚ ਹੀ ਹਾਂ। ਸੰਗੀਤ ਨਾਲ ਮੇਰਾ ਵਾਸਤਾ ਜੀ, ਮੈਂ ਕਰੈਕਟਲੀ ਨਹੀਂ ਕਹਿ ਸਕਦਾ ਕਿ ਮੈਨੂੰ ਇੱਦਾਂ ਹੋਇਆ ਜਾਂ ਉੱਦਾਂ ਹੋਇਆ। ਮੈਂ ਜਦੋਂ ਹੋਸ਼ ਸੰਭਾਲੀ ਨਾ ਤੇ ਮੈਂ ਸੰਗੀਤ ਦੇ ਨਾਲ ਹੀ ਜੁੜਿਆ, ਆਪਣੇ ਨੂੰ ਮਹਿਸੂਸ ਕੀਤਾ, ਕਿਉਂਕਿ ਮੇਰੇ ਖਾਨਦਾਨ 'ਚ ਨਹੀਂ ਸੀਗਾ ਕੋਈ ਵੀ। ਮੇਰੇ ਖਾਨਦਾਨ ਦੇ ਵਿੱਚ ਕੋਈ ਵੀ ਮਿਊਜ਼ਿਕ ਨਾਲ ਵੈਸੇ ਪ੍ਰੋਫੈਸ਼ਨਲੀ ਜਾਂ ਕੋਈ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਨਹੀਂ ਸੀਗਾ ਕੋਈ ਵੀ ਇਨ ਟੱਚ। ਲੇਕਿਨ ਇੱਕ ਗੱਲ ਹੈ ਕਿ ਮੇਰੇ ਮਾਮਾ ਜੀ ਸੀਗੇ ਤੇ ਇੱਕ ਮੇਰੇ ਬਾਬੇ ਤਾਇਆ ਬਾਬਾ ਜੀ ਸੀਗੇ ਤੇ ਉਹਨਾਂ ਨੂੰ ਹਲਕਾ ਹਲਕਾ ਸ਼ੌਕ ਹੁੰਦਾ, ਉਹ ਤੂੰਬਾ ਰੱਖਦੇ ਹੁੰਦੇ ਸੀ ਕੋਲ ਘਰ, ਵੱਡਾ ਤੂੰਬਾ ਜਿਹੜਾ ਉਹਨਾਂ ਨੇ ਘਰ ਮੈਂ ਬਚਪਨ 'ਚ ਦੇਖਿਆ ਉੱਥੇ ਟੰਗਿਆ ਹੁੰਦਾ ਸੀ ਤੇ ਉਹ ਸ਼ੌਕ ਉਹਨਾਂ ਨੂੰ ਸੀਗਾ। ਤੇ ਉਹ ਕਿਤੇ ਨਾ ਕਿਤੇ ਫੈਮਿਲੀ 'ਚ ਕਿਤੋਂ ਨਾ ਕਿਤੋਂ
ਸਮਝੋ ਕਿ ਉਹ ਕਨੈਕਟ ਹੋ ਗਿਆ। ਤੇ ਬਚਪਨ ਤੋਂ ਫਿਰ ਮੈਂ ਚੋਰੀ ਪ੍ਰੋਗਰਾਮ ਸੁਣਨ ਜਾਂਦਾ ਹੁੰਦਾ ਸੀ, ਲਾਗੇ ਲਾਗੇ ਕਿਸੇ ਗੁਰਦੁਆਰੇ 'ਚ ਹੋਣੇ, ਕਵਾਲੀਆਂ ਵਾਲੀ ਜਗ੍ਹਾ 'ਤੇ ਹੋਣੇ, ਇੱਧਰ ਉੱਧਰ ਹੋਣੇ। ਤਾਂ ਉਹ ਸਾਰੇ ਪ੍ਰੋਗਰਾਮ ਸੁਣਦੇ ਸੁਣਦੇ ਉਹ ਮੇਰੀ ਜਿਹੜੀ ਉਹ ਰਚਾ ਸੀਗਾ ਖੂਨ 'ਚੋਂ ਰਚਦਾ ਗਿਆ, ਸੁਰ ਦਾ ਲਗਾਓ ਜਿਹੜਾ ਸੀਗਾ ਉਹ ਖੂਨ ਦੇ ਵਿੱਚ ਘੁਲ ਕੇ ਬਣਦਾ ਗਿਆ, ਬਸ ਉਹ ਕੰਟੀਨਿਊ ਹੋ ਗਿਆ। ਬਕਾਇਦਾ ਸੰਗੀਤ ਦੀ ਸਿੱਖਿਆ ਮੈਂ ਆਪਣੇ ਉਸਤਾਦ ਜੀ ਜਨਾਬ ਹੰਸ ਜੀ ਉਹਨਾਂ ਕੋਲੋਂ ਲਈ ਸ਼ੁਰੂਆਤੀ ਤਾਲੀਮ, ਅਤੇ ਬਹੁਤ ਅਰਸਾ ਮੈਂ ਉਹਨਾਂ ਦੇ ਨਾਲ ਖਿਦਮਤ ਕੀਤੀ। ਅਤੇ ਉਸ ਤੋਂ ਬਾਅਦ ਫਿਰ ਮੈਂ ਦਿੱਲੀ ਚਲਾ ਗਿਆ, ਅਤੇ ਪਾਕਿਸਤਾਨ ਤੋਂ ਉਸਤਾਦ ਸਲਾਮਤ ਅਲੀ ਸਾਹਿਬ ਆਉਂਦੇ ਹੁੰਦੇ ਸੀ ਇੰਡੀਆ, ਅਤੇ ਉਹਨਾਂ ਦੇ ਬੇਟੇ ਉਸਤਾਦ ਸ਼ਫਕਤ ਅਲੀ ਖਾਨ ਸਾਹਿਬ, ਅਤੇ ਮੈਂ ਸ਼ਫਕਤ ਅਲੀ ਖਾਨ ਸਾਹਿਬ ਦਾ ਸ਼ਾਗਿਰਦ ਹੋਇਆ, ਅਤੇ ਉਹਨਾਂ ਕੋਲ ਵੀ ਇਹ ਸੰਗੀਤ ਦੀ ਤਾਲੀਮ ਲਈ। ਅਤੇ ਉਸ ਤੋਂ ਬਾਅਦ ਕਾਫੀ ਉਹਨਾਂ ਦੇ ਨਾਲ ਫਿਰ ਮੈਂ ਐਜ਼ ਏ ਮੈਨੇਜਰ ਵੀ ਕੰਮ ਕੀਤਾ, ਆਲ ਇੰਡੀਆ ਉਹਨਾਂ ਦੇ ਸ਼ੋਜ਼ ਵਗੈਰਾ ਅਰੇਂਜ ਕਰਨੇ, ਅਤੇ ਹੋਰ ਸਾਰੇ ਪ੍ਰੋਡਕਸ਼ਨ ਦੇ ਕੰਮ ਵੀ, ਅਤੇ ਉਹ ਸਾਰੇ ਮੈਂ ਉਹਨਾਂ ਨਾਲ ਦੇਖਦਾ ਰਿਹਾ। ਅਤੇ ਉਹਦੇ ਕਰਕੇ ਫਿਰ ਮੇਰਾ ਮਿਊਜ਼ਿਕ ਦਾ ਇਹ ਸਾਰਾ ਕਾਫੀ ਮਿਊਜ਼ਿਕ ਵੀ ਚੱਲਦਾ ਰਿਹਾ, ਅਤੇ ਉਹਨਾਂ ਕੋਲ ਸਿੱਖਦੇ ਵੀ ਰਹੇ, ਅਤੇ ਉਹਨਾਂ ਨਾਲ ਵਕਤ ਵੀ ਗੁਜ਼ਾਰਦੇ ਰਹੇ। ਕਿਤਾਬਾਂ ਦਾ ਇੱਦਾਂ ਸੀ, ਕਿਤਾਬਾਂ ਦਾ ਪਹਿਲੀ ਗੱਲ ਤਾਂ ਕਿ ਜਦੋਂ ਮੈਂ ਆਪਣੇ ਉਸਤਾਦ ਜੀ ਹੰਸ ਜੀ ਨਾਲ ਹੁੰਦਾ ਸੀ ਬਚਪਨ ਤੋਂ, ਅਤੇ ਕਿਤਾਬਾਂ ਦਾ ਜਿਹੜਾ ਸ਼ੌਕ, ਇੱਕ ਤਾਂ ਪਹਿਲਾਂ ਮੇਰੇ ਸਾਰੇ ਤਾਇਆ ਜੀ ਉਸਤਾਦ ਚੰਨ ਅਲਾ ਮਾਨਕ ਸਾਹਿਬ, ਅਤੇ ਉਹ ਹੁੰਦੇ ਸੀ ਸਾਡੇ ਗੁਆਂਢ 'ਤੇ ਸਾਡੇ ਸਾਹਮਣੇ ਘਰ 'ਚ, ਅਤੇ ਉਹਨਾਂ ਦਾ ਤਾਂ ਨਾਮ ਸੀ ਉਸ ਦੌਰ 'ਚ ਵੀ, ਕਵੀ ਦਰਬਾਰ ਸਮੇਲਨਾਂ 'ਚ ਬੜਾ ਨਾਮ ਸੀ ਉਹ, ਅਤੇ ਜਾਂਦੇ ਰਹਿੰਦੇ। ਉਹਨਾਂ ਕੋਲ ਬਹੁਤ ਕਿਤਾਬਾਂ ਦਾ ਸਾਹਿਤ ਹੁੰਦਾ ਸੀ, ਕਿਤਾਬਾਂ ਉਹਨਾਂ ਨੇ ਬਹੁਤ ਰੱਖੀਆਂ ਹੁੰਦੀਆਂ ਸੀ, ਅਤੇ ਮੇਰਾ ਉਹਨਾਂ ਨਾਲ ਦੇਖ ਦੇਖ ਕੇ ਸ਼ੌਕ ਬਣਿਆ। ਅਤੇ ਹੰਸ ਜੀ ਕੋਲ ਵੀ ਕਿਤਾਬਾਂ ਦੀਆਂ ਬਹੁਤ ਵਧੀਆ ਖੂਬਸੂਰਤ ਲਾਇਬ੍ਰੇਰੀ ਸੀ ਉਹਨਾਂ ਕੋਲ, ਕਿਉਂਕਿ ਅਕਸਰ ਕਿਤਾਬਾਂ ਉਹਨਾਂ ਨੂੰ ਮਿਲਦੀਆਂ ਰਹਿੰਦੀਆਂ ਸੀ, ਅਤੇ ਖੁਦ ਵੀ ਉਹ ਪੜ੍ਹਨੇ ਦੇ ਬਹੁਤ ਸ਼ੌਕੀਨ ਸੀਗੇ। ਉੱਥੋਂ ਵੀ ਇਹ ਮੇਰਾ ਰੁਝਾਨ ਬਣਿਆ। ਅਤੇ ਇੱਕ ਮੇਰੇ ਸਾਹਿਤ ਦੇ ਵਿੱਚ ਜਿੱਦਾਂ ਹੁਣ ਚੰਨ ਮਾਨਕ ਸਾਹਿਬ ਕਵੀ ਹੋ ਗਏ, ਮੇਰੇ ਤਾਇਆ ਜੀ ਸਮਝੋ, ਅਤੇ ਸੈਕੰਡਰੀ ਮੇਰੇ ਫੁੱਫੜ ਜੀ ਜਨਾਬ ਅਮਰਨਾਥ ਕੌਸਤਵ ਜੀ ਸੁਲਤਾਨਪੁਰ ਲੋਧੀ ਤੋਂ, ਅਤੇ ਉਹਨਾਂ ਕੋਲ ਜਦੋਂ ਛੁੱਟੀਆਂ ਹੋਣੀਆਂ ਅਸੀਂ ਇੱਕ ਦਾ ਮੇਲਾ ਦੇਖਣ ਜਾਂਦੇ ਹੁੰਦੇ ਸੀ ਬਾਬੇ ਨਾਨਕ ਦੇ, ਜਦੋਂ ਉੱਥੇ ਸ਼ੋਭਾ ਯਾਤਰਾਵਾਂ ਨਿਕਲਦੀਆਂ ਹੁੰਦੀਆਂ, ਉਦੋਂ ਉੱਥੇ ਆਪਣੇ ਇੱਧਰ ਸ਼ਹਿਰਾਂ 'ਚ ਘੱਟ ਹੁੰਦਾ ਸੀ ਬਚਪਨ 'ਚ, ਉੱਧਰ ਸਪੈਸ਼ਲ ਦੇਖਣ ਜਾਣਾ ਵੀ ਸੁਲਤਾਨਪੁਰ ਜਾ ਕੇ ਬਾਬੇ ਨਾਨਕ ਦਾ ਜਨਮ ਦਿਨ ਦੇਖਣ ਜਾਣਾ ਯਾਰ, ਅਤੇ ਉੱਥੇ ਕਈ ਦਿਨ ਰਹਿਣਾ। ਅਤੇ ਉਦੋਂ ਮੇਰੇ ਫੁੱਫੜ ਜੀ ਨਾਲ ਸੰਗਤ ਕਰਨ ਦਾ ਪਤਾ ਸੀ ਵੀ ਫੁੱਫੜ ਜੀ ਬਹੁਤ ਵੱਡੇ ਸ਼ਹਿਰ, ਕਿਉਂਕਿ ਮੈਂ ਬਚਪਨ 'ਚ ਸੀ 5-6-7 ਸਾਲ ਦਾ ਹੋਣਾ ਜਦੋਂ ਬਚਪਨ 'ਚ, ਅਤੇ ਉਦੋਂ ਅਤੇ ਬਾਅਦ ਵਿੱਚ ਜਦੋਂ ਇਹ ਉਹਨਾਂ ਨਾਲ ਬੈਠਣਾ, ਉਹਨਾਂ ਨਾਲ ਗੱਲਾਂ ਕਰਨੀਆਂ, ਤਾਂ ਉਹਨਾਂ ਨੂੰ ਜਿੱਦਾਂ ਇੱਕ ਸ਼ਾਇਰ ਨੂੰ ਹੁੰਦੀ ਆ ਕਿ ਯਾਰ ਤੈਨੂੰ ਬਿਠਾ, ਉਹ ਮੈਨੂੰ ਬਚਪਨ 'ਚ ਪਿਆਰ ਨਾਲ ਕੋਲ ਬਿਠਾ ਲੈਂਦੇ ਸੀ। ਅਤੇ ਇੱਕ ਉਹਨਾਂ ਦਾ ਸ਼ੌਕ ਹੁੰਦਾ ਸੀ ਥੋੜ੍ਹੀ ਥੋੜ੍ਹੀ ਗਲਾਸੀ ਲਾਉਣੀ, ਅਤੇ ਉਹ ਗਲਾਸੀ ਲਾਈ ਰੱਖਦੇ ਸੀ, ਆਪਣੇ ਆਨੰਦ 'ਚ ਰਹਿਣਾ ਉਹਨਾਂ ਨੇ, ਅਤੇ ਉਹ ਲਾ ਕੇ ਉਹਨਾਂ ਨੇ ਅਤੇ ਮੈਨੂੰ ਕੋਲ ਬਿਠਾ ਕੇ ਅਤੇ ਕਾਫੀ ਗੱਲਾਂ ਦੱਸਣੀਆਂ, ਸ਼ਾਇਰੀ ਦੀ ਗੱਲਾਂ ਉਹਨਾਂ ਨੇ ਇਲਮ ਦੇਣਾ। ਅਤੇ ਹਾਲਾਂਕਿ ਮੈਨੂੰ ਬੇਸਮਝ ਨੂੰ ਉਦੋਂ ਵੀ ਨਹੀਂ ਸਮਝ, ਅਤੇ ਅੱਜ ਵੀ ਨਹੀਂ ਸਮਝ, ਅਤੇ ਮੈਂ ਕੋਸ਼ਿਸ਼ ਕਰਨੀ, ਮੈਂ ਕਹਿੰਦਾ ਯਾਰ ਇਹ ਉਹਨਾਂ ਨੇ ਬੇਟਾ ਆਹ ਹੈਗੀ ਆ ਫਾਈਲਨ ਫੇਲਨ ਕਦੀ ਮੁਫਾਈਲਨ, ਕਦੀ ਉਹ ਮੈਂ ਉਦੋਂ ਹੈ ਨਾ ਫੇਲਨ ਦੇ ਬੈਰ, ਇੱਦਾਂ ਉਹਨਾਂ ਨੇ ਜਦੋਂ ਗੱਲਾਂ ਕਰਨੀਆਂ ਦੱਸਣੀਆਂ, ਮੈਨੂੰ ਪੱਲੇ ਤਾਂ ਨਹੀਂ ਪੈਣੀਆਂ ਜ਼ਿਆਦਾ, ਅਤੇ ਪਰ ਜਿਹੜੀ ਸ਼ੇਰ ਉਹਨਾਂ ਨੇ ਸੁਣਾਉਣਾ ਨਾ, ਉਹ ਮੈਨੂੰ ਬੜਾ ਅੱਛਾ ਲੱਗਦਾ ਹੁੰਦਾ ਸੀ। ਮੈਂ ਕਹਿੰਦਾ ਯਾਰ ਆਹ ਗੱਲ ਅੱਛੀ ਆ, ਮੁੱਦਾ ਆਪਣੇ ਆਪ ਨੂੰ ਲੱਗਣੀ, ਚਾਹੇ ਤੁਸੀਂ ਸ਼ਾਇਰੀ ਦੇਖੋ, ਸ਼ਾਇਰੀ ਸਮਝਣ ਲਈ ਜੋ ਬੰਦੇ ਕੋਲ ਵਿਜ਼ਨ ਹੁੰਦਾ, ਸ਼ਾਇਰੀ ਉਸੇ ਮੁਤਾਬਕ ਸਮਝ ਆਉਂਦੀ ਆ। ਜੇ ਕਹੋ ਸਪੈਸ਼ਲ ਅਰਥ ਕੱਢ ਕੇ ਕਿਸੇ ਦੀ ਸ਼ਾਇਰੀ ਸਮਝਣੀ ਆ, ਉਹ ਮੁਸ਼ਕਿਲ ਕੰਮ ਆ। ਉਹ ਕੋਈ ਗੁਣੀ ਲੋਕ, ਉਸਤਾਦ ਲੋਕ ਜਿਹੜੇ ਹੈਗੇ ਉਹੀ ਸਮਝ ਸਕਦੇ ਆ, ਲੇਕਿਨ ਉਹ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਜਦੋਂ ਮੈਂ ਉਹਨਾਂ ਦੇ ਕਹਿ ਲਓ ਕਿ ਮਜਾਜ ਦੇ ਸ਼ੇਰ ਪੜ੍ਹਨੇ ਸੁਣਨੇ ਉਹਨਾਂ ਕੋਲੋਂ, ਤਾਂ ਅੱਛੇ ਲੱਗਣੇ ਰੂਹ ਨੂੰ, ਅਤੇ ਉਹਨਾਂ ਕੋਲ ਮੈਂ ਕਾਫੀ ਕੁਝ ਸਿੱਖਿਆ। ਅਤੇ ਉਹਨਾਂ ਨੇ ਉਹ ਕੀਤੀਆਂ, ਉਹਨਾਂ ਦੀਆਂ ਗੱਲਾਂ ਕੀਤੀਆਂ ਮੈਨੂੰ ਅੱਜ ਯਾਦ ਆਉਂਦੀਆਂ ਕਿ ਮੈਂ ਸ਼ਾਇਦ ਉਦੋਂ ਉਹਨਾਂ ਨਾਲ ਹੋਰ ਵਕਤ ਗੁਜ਼ਾਰਦਾ, ਅਤੇ ਉਹ ਅੱਜ ਉਹਨਾਂ ਨੇ ਸਿਖਾਉਂਦੇ ਹੋਰ, ਅਤੇ ਮੈਂ ਕੁਛ ਸਿੱਖ ਸਕਦਾ ਸੀ ਹੋਰ। ਅਤੇ ਉਹ ਬੜਾ ਉਹਨਾਂ ਨਾਲ ਜਾਣਾ, ਉੱਥੇ ਬੈਠਣਾ ਉਹਨਾਂ ਦੇ ਕੋਲ, ਜਦੋਂ ਮੈਂ ਯਾਦ ਹੈ ਮੈਂ ਉੱਥੇ ਉਹਨਾਂ ਦੇ ਅੱਡੇ ਦੇ ਵਿੱਚ ਬੇਬੇ ਨਾਨਕੀ ਦੇ
ਗੁਰਦੁਆਰਾ ਸਾਹਿਬ ਦੇ ਕੋਲ ਹੀ ਉਹਨਾਂ ਦੇ ਇੱਕ ਬੋਹੜ ਦਾ ਦਰਖਤ ਦਾ ਬੜਾ ਸਾਰਾ, ਉਹਦੇ ਥੱਲੇ ਉੱਥੇ ਬੈਠੇ ਹੁੰਦੇ ਸੀ ਤੇ ਆਪਣੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਹੁੰਦੇ ਸੀ। ਤੇ ਉਹਨਾਂ ਨੇ ਉੱਥੇ ਬੈਠੇ, ਉਹਨਾਂ ਨੇ ਜੁੱਤੀਆਂ ਗੰਢਦੇ ਹੋਣਾ ਤੇ ਨਾਲੇ ਉਹਨਾਂ ਨੇ ਆਪਣਾ ਸ਼ਾਇਰੀ ਤੇ ਸ਼ੇਰ ਲਿਖੇ ਜਾਣੇ, ਲਿਖ ਕੇ ਰੱਖੀ ਜਾਣੇ ਥੱਲੇ। ਤੇ ਮੈਂ ਸੋਚਣਾ ਯਾਰ ਇਹ ਕੈਸੀ ਮਤਲਬ ਇਹ ਰੱਬ ਰੂ ਹੀ ਆ, ਹੈ ਨਾ। ਤੇ ਇੱਕ ਤਾਂ ਐਡੇ ਵੱਡੇ ਉਸਤਾਦ ਲੋਕਾਂ ਨੇ, ਸ਼ਾਇਰਾਂ ਨੇ ਉੱਥੇ ਆਉਣਾ। ਕਈ ਵੇਲੇ ਮੈਂ ਦੇਖਣਾ ਕਿ ਲਾਲ ਗੱਡੀਆਂ, ਬੱਤੀਆਂ ਵਾਲੀਆਂ ਗੱਡੀਆਂ ਵੀ ਆ ਰਹੀਆਂ, ਸਭ ਲੋਕ ਅਫਸਰ ਲੋਕ ਆ ਰਹੇ ਆ। ਉਹਨਾਂ ਨੂੰ ਮੈਂ ਇੱਕ ਵਾਰੀ ਦੇਖਿਆ, ਮੈਂ ਇੱਦਾਂ ਬੈਠਾ ਹਾਂ ਤੇ ਉਹ ਬੈਠੇ ਤੇ ਉਹਨਾਂ ਕੋਈ ਆਇਆ, ਮੈਨੂੰ ਐਗਜ਼ੈਕਟਲੀ ਉਹ ਯਾਦ ਨਹੀਂ ਵੀ ਕੌਣ ਸੀਗੇ ਸਾਹਿਬ, ਤੇ ਉਹ ਕਪੂਰਥਲੇ ਦੇ ਕੋਈ ਅਫਸਰ ਸੀਗੇ ਬਹੁਤ ਤਕੜੇ। ਤੇ ਉਹਨਾਂ ਨੇ ਬਿਠਾਇਆ ਤੇ ਉਹਨਾਂ ਨੇ ਮੈਨੂੰ, ਮੈਂ ਬੈਠਾ ਤੇ ਮੈਨੂੰ ਉਹ ਉਹਨਾਂ ਨੂੰ ਕਹਿੰਦੇ ਵੀ ਆ ਜਾ, ਵੀ ਉਹ ਕਹਿੰਦੇ ਮਿਲਣਾ ਆਏ। ਤੇ ਉੱਥੇ ਹੀ ਉਹਨਾਂ ਨੇ ਨਾ ਇੱਟ ਨੂੰ, ਕੱਪੜੇ ਨੂੰ ਝਾੜਿਆ ਤੇ ਉਹਨੂੰ ਕਹਿੰਦੇ ਇੱਥੇ ਬਹਿ ਜਾਓ, ਉੱਥੇ ਨਹੀਂ ਬਹਿਣਾ। ਤੇ ਐਸੀਆਂ ਮਤਲਬ ਉਹਨਾਂ ਦੀ ਗੱਡੀ ਕੋਲ ਨਹੀਂ ਉੱਠ ਕੇ ਜਾ ਗਏ, ਨਾ ਉਹਨਾਂ ਨੂੰ ਘਰ ਲੈ ਕੇ ਗਏ, ਕਹਿੰਦੇ ਇੱਥੇ ਬਹਿ ਜਾ ਤੇ ਇੱਥੇ ਹੀ ਗੱਲ ਕਰ ਲੈ ਜਿਹੜੀ ਕਰਨੀ। ਤੇ ਉਹ ਐਸੀ ਮਤਲਬ ਰੂਹ ਸੀਗੇ, ਐਡੇ ਵੱਡੇ ਮਹਾਨ ਸ਼ਾਇਰ, ਜੋ ਉਹਨਾਂ ਨਾਲ ਵਕਤ ਗੁਜ਼ਾਰਿਆ ਮੈਨੂੰ ਕਾਫੀ ਯਾਦ ਆ। ਤੇ ਉਹ ਇਸ ਕਰਕੇ ਇਸੇ ਤਰੀਕੇ ਨਾਲ ਮੈਂ ਸਾਹਿਤ ਨਾਲ ਜੁੜ ਗਿਆ। ਤੇ ਉਹਦੇ ਤੇ ਫਿਰ ਮੈਂ ਕੁਝ ਜਿਹੜੀਆਂ ਅੱਛੀਆਂ ਕਿਤਾਬਾਂ ਕੁਛ ਆਪਣੀ ਲਾਇਬ੍ਰੇਰੀ ਲਈ, ਆਪਣੇ ਲਈ ਪੜ੍ਹਨ ਲਈ ਰੱਖੀ ਦੀਆਂ ਲੈ ਕੇ। ਤੇ ਉਹ ਜਿਹੜੀ ਪੜ੍ਹਨੇ ਨੂੰ ਖਰੀਦੀ ਦੀ ਆ, ਆਦਤ ਨਹੀਂ ਹੈ ਵੀ ਪੜ੍ਹ ਕੇ ਇੱਧਰ ਰੱਖ ਦਿਓ ਜਾਂ ਉੱਧਰ ਸੁੱਟ ਦਿਓ। ਕਈ ਤਾਂ ਚੀਜ਼ ਇੱਕ ਵਾਰੀ ਲਈਏ ਤਾਂ ਰੱਖ ਲਓ ਯਾਰ, ਤੇ ਇੱਥੇ ਰੱਖੀ ਹੈ ਚੰਗੀ, ਫੇਰ ਪੜ੍ਹ ਹੋ ਜੂਗੀ। ਕਿਉਂਕਿ ਕੋਈ ਵੀ ਕਿਤਾਬ ਇੱਕ ਵਾਰੀ ਪੜ੍ਹਿਆ ਸਮਝ ਨਹੀਂ ਆਉਂਦੀ। ਕੋਈ ਵੀ ਗ੍ਰੰਥ ਹੈ ਜਾਂ ਕਿਤਾਬ ਹੈ ਜਾਂ ਕੋਈ ਵੀ ਚੀਜ਼ ਹੈ, ਉਹਨੂੰ ਜਦੋਂ ਤੁਸੀਂ ਪੜ੍ਹੋਗੇ, ਜਿਸ ਹਾਲਾਤ ਜੋ ਤੁਹਾਡਾ ਮੂਡ ਆ, ਸਿਰਫ ਓਨੀ ਕਿਤਾਬ ਸਮਝ ਆਉਂਦੀ ਹੈ ਜਿੰਨਾ ਤੁਹਾਡਾ ਮੂਡ ਆ। ਮੂਡ ਤੋਂ ਇਲਾਵਾ ਤੁਹਾਨੂੰ ਕਿਤਾਬ ਸਮਝ ਨਹੀਂ ਆਉਂਦੀ। ਅਗਲੀ ਵਾਰੀ ਤੁਸੀਂ ਖੁਸ਼ ਆ ਤਾਂ ਤੁਹਾਨੂੰ ਉਹਦੇ 'ਚੋਂ ਸਿਰਫ ਉਹੀ ਚੀਜ਼ਾਂ ਸਮਝ ਆਉਣੀਆਂ। ਤੀਜੀ ਵਾਰੀ ਤੁਸੀਂ ਉਦਾਸ ਹੈ ਤਾਂ ਉਦਾਸ ਵੇਲੇ ਤੁਹਾਨੂੰ ਉਹੀ ਚੀਜ਼ਾਂ ਸਮਝ ਆਉਣੀਆਂ ਜਿਹੜੀਆਂ ਉਹ 'ਚ ਤੁਹਾਨੂੰ ਮਹਿਸੂਸ ਹੋ ਰਹੀਆਂ। ਵਾਧੂ ਕਿਤਾਬ ਨਹੀਂ ਸਮਝ ਆਉਂਦੀ, ਕਿਤਾਬ ਸਮਝ ਹੀ ਨਹੀਂ ਆਉਂਦੀ। ਬਾਕੀ ਦੁੱਖ ਤਕਲੀਫ ਦਾ ਤਾਂ ਮੈਂ ਤੁਹਾਨੂੰ ਐਵੇਂ ਦੱਸਾਂ ਕਿ ਉਹਨਾਂ ਜਿੰਨੇ ਕੁ ਦੁੱਖ ਉਹਨਾਂ ਨੇ ਦੇਖੇ ਆ ਨਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਸਮਝੇ ਵੀ ਆ। ਵੰਡਾਉਣੇ ਤਾਂ ਅਲੱਗ ਵੱਖਰੀ ਆ, ਵੰਡਾਉਣਾ, ਦੁੱਖ ਵੰਡਾਉਣਾ ਅਲੱਗ ਚੀਜ਼ ਆ, ਦੁੱਖ ਨੂੰ ਸਮਝ ਲੈਣਾ ਇਹ ਵੱਖਰੀ ਗੱਲ ਹੈ। ਕਿਸੇ ਦਾ ਦੁੱਖ ਕਿੰਨਾ ਕੁ ਹੈ, ਅਤੇ ਉਹ ਦੁੱਖ ਉਹਨਾਂ ਨੇ ਬਹੁਤ ਦੇਖੇ। ਕਿਉਂਕਿ ਉਹ ਇੱਕ ਤਾਂ ਹਾਲਾਤ, ਘਰੇਲੂ ਹਾਲਾਤ ਵੀ ਕਾਫੀ ਸੀ। ਅਤੇ ਫਿਰ ਉਹਨਾਂ ਦੀ ਉਹ ਇੱਕ ਬੇਟੀ ਸੀ, ਉਹਦੀ ਡੈਥ ਹੋ ਗਈ, ਅਤੇ ਇੱਕ ਬੇਟੀ ਸ਼ਾਦੀ ਤੋਂ ਬਾਅਦ ਡੈਥ ਹੋ ਗਈ। ਇੱਦਾਂ ਦਾ ਕੁਛ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਘਟਦੀਆਂ ਨਹੀਂ। ਉਹਨਾਂ ਉਹ ਕਾਫੀ ਅੰਤ ਵਾਲੇ ਦਿਨਾਂ 'ਚ ਵੀ ਉਹ ਕਾਫੀ ਹੋ ਗਏ, ਪਰੇਸ਼ਾਨ ਰਹੇ ਆ। ਅਤੇ ਸ਼ਾਇਰੀ ਦੇ ਮਾਮਲੇ 'ਚ ਉਹਨਾਂ ਦੇ ਜਿਹੜੇ ਅਫਸਰ ਲੋਕ ਜਾਂ ਬੜੇ ਬੜੇ ਉਹਨਾਂ ਦੇ ਸ਼ਾਗਿਰਦ, ਬੀਬੀਆਂ ਵੀ ਆਉਂਦੀਆਂ ਸੀ ਕਿ ਬਹੁਤ ਸਾਰੀਆਂ ਸਿੱਖਣ ਗਈ। ਅਤੇ ਉਹ ਜਦੋਂ ਆਉਂਦੀਆਂ ਸੀ ਮੈਂ ਕਈ ਉਹਨਾਂ ਦੇ ਸ਼ਾਗਿਰਦਾਂ ਨੂੰ ਜਾਂ ਉਹਨਾਂ ਦੇ ਅਫਸਰਾਂ ਨੂੰ ਸਿਰਫ ਇੰਨਾ ਕੁ ਦੇਖਿਆ ਕਿ ਆਉਣ ਲੱਗੇ ਕਿ ਬੋਤਲ ਜਾਂ ਕੋਈ ਪਾਈਏ ਦੀ ਚੀਜ਼ ਪਾਈਆ, ਅਤੇ ਉਹ ਲੈ ਕੇ ਆਣ ਕੇ ਨਜ਼ਰ ਕਰ ਦੇਣਾ ਉਸਤਾਦ, ਸਿਰਫ ਇਲਮ ਲੈਣ ਲਈ। ਉਹ ਦਰਵੇਸ਼ ਬੰਦੇ ਸੀਗੇ। ਉਹਨਾਂ ਨੂੰ ਲਾਲਚ ਨਹੀਂ ਸੀ। ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਉਹਨਾਂ ਨੇ ਇਲਮ ਵੰਡਿਆ ਹੀ ਆ। ਉਹ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਮੈਂ ਤਾਂ ਚਾਹੁੰਦਾ ਆ ਕਿ ਜਿੰਨਾ ਕੋਈ ਸਿੱਖ ਸਕਦਾ ਮੇਰੇ ਕੋਲ ਲੈ ਲੈਣ। ਕਿਉਂਕਿ ਮੈਂ ਕਹਿੰਦਾ, ਮੈਂ ਉਦੋਂ ਕਹਿੰਦੇ ਹੁੰਦੇ ਸੀ ਮੈਂ ਕਿਹੜਾ ਬੈਠੇ ਰਹਿਣਾ। ਅਤੇ ਉਹ ਮੈਨੂੰ ਅਸਲ 'ਚ ਮੈਂ ਨਾ ਬਚਪਨ 'ਚ ਉਹ ਜਿੱਦਾਂ ਛੋਟੇ ਉਹ ਮਿਰਜ਼ਾ ਗਾਲਿਬ ਸਾਹਿਬ ਦੀਆਂ ਫੋਟੋ ਦੇਖੀਆਂ ਹੁੰਦੀਆਂ ਸੀ, ਅਤੇ ਉਹ ਦੇਖਿਆ ਉਹਨਾਂ ਦੀ ਉਸ ਸਟਾਈਲ ਦੀ ਨਾ, ਜਦੋਂ ਟੋਪੀ ਜੀ ਉਹਨਾਂ ਨੇ ਪਾਈ ਹੋਣੀ, ਉਹ ਵਾਲੀ ਟੋਪੀ, ਅਤੇ ਉਹ ਪਾਈ ਹੋਣੀ ਬਚਪਨ 'ਚ। ਅਤੇ ਉਹਨਾਂ ਨੇ ਮਤਲਬ 12 ਮਹੀਨੇ ਹੀ ਟੋਪੀ ਪਾਈ ਰੱਖਦੇ ਹੁੰਦੇ ਸੀ, ਬਹੁਤ ਘੱਟ ਉਹ ਟੋਪੀ ਲਾਉਂਦੇ ਸੀ। ਅਤੇ ਉਹ ਮੈਨੂੰ ਉਹਨਾਂ ਦਾ ਸਰੂਪ ਵੀ ਬਹੁਤ, ਉਹਨਾਂ ਦਾ ਉਹ ਸਰੂਪ ਜਿਹੜਾ ਸੀ ਮੈਨੂੰ ਉਹ ਵੀ ਬਹੁਤ ਪਿਆਰਾ ਲੱਗਦਾ ਸੀ। ਅਤੇ ਮੈਂ ਉਹ ਜਦੋਂ ਉੱਧਰੋਂ ਅਸਲ 'ਚ ਜਦੋਂ ਮੈਂ ਉੱਧਰੋਂ ਫੁੱਫੜ ਜੀ ਉਹਨਾਂ ਕੋਲ, ਉੱਧਰੋਂ ਦੂਸਰੇ ਫੁੱਫੜ ਜੀ ਹੈਗੇ ਆ, ਉਹ ਉਹਨਾਂ ਕੋਲ ਵੀ ਘੁੰਮ ਕੇ ਕੇ ਹੈ ਨਾ, ਤਿਲਕਰਾਜ ਜੀ ਸਾਡੇ ਫੁੱਫੜ ਜੀ, ਉਹਨਾਂ ਨਾਲ ਵੀ ਜਾਣਾ। ਅਤੇ ਉੱਧਰ ਕੋਈ ਘੁੰਮਦੇ, ਮੈਂ ਜ਼ਿਆਦਾ ਟਾਈਮ ਉੱਧਰ ਹੀ ਘੁੰਮਦੇ ਫਿਰਦੇ ਰਹਿਣਾ। ਅਤੇ ਇਹਨਾਂ ਨੇ ਵੀ ਕਹਿਣਾ ਉਹ ਚੱਲ ਕੋਈ ਨਹੀਂ, ਮੁੰਡਾ ਗਾਉਂਦਾ ਆ, ਅਤੇ ਉਹ ਉਹਨਾਂ ਕੋਲ ਬੈਠਾ ਰਹਿੰਦਾ ਹੈ ਨਾ। ਅਤੇ ਉਹ ਇਸ ਕਰਕੇ ਮੇਰਾ ਦਿਲ ਉੱਧਰ ਹੀ ਲੱਗਣਾ। ਅਤੇ ਅਕਸਰ ਸ਼ਾਗਿਰਦਾਂ ਨੇ ਆਉਣਾ, ਉਹ ਅਸੀਂ ਮੋਰਲੀ ਬੈਠਕ 'ਚ ਬੈਠੇ ਹੋਣਾ, ਅਤੇ ਮੈਨੂੰ ਉਹਨਾਂ ਨੇ 2-2 3-3 ਘੰਟੇ ਉੱਠਣ ਨਹੀਂ ਦੇਣਾ। ਤਾਂ ਮੇਰੀ ਬਦਕਿਸਮਤੀ ਇਹ ਆ ਕਿ ਉਦੋਂ ਮੈਂ ਮਤਲਬ
ਮੈਨੂੰ ਮੇਰੇ ਲਈ ਤਾਂ ਬਹੁਤ ਜ਼ਿਆਦਾ ਟਾਈਮ ਹੋ ਜਾਂਦਾ ਸੀ ਵੀ ਯਾਰ ਬੱਚਾ ਆਇਆ ਚਲੋ ਹੁਣ ਉਹਨਾਂ ਨੂੰ ਉਹ ਹੁੰਦਾ ਸੀ ਵੀ ਚੱਲ ਤੇ ਇਹ ਆ ਵੀ ਮੁੰਡਾ ਮੇਰੇ ਕੋਲ ਬੈਠਾ ਰਵੇ ਹੈ ਨਾ। ਅਤੇ ਉਹ ਮੇਰੀ ਬਦਕਿਸਮਤੀ ਇਹ ਸੀ ਕਿ ਮੈਨੂੰ ਉਦੋਂ ਉਹ ਚੀਜ਼ਾਂ ਸਮਝ ਘੱਟ ਆਈਆਂ, ਲੇਕਿਨ ਹੁਣ ਮੈਨੂੰ ਜਦੋਂ ਸਮਝ ਆਈਆਂ ਅਤੇ ਹੁਣ ਮਹਿਸੂਸ ਹੁੰਦਾ ਕਿ ਕਾਸ਼ ਉਹ ਦੌਰ ਉਹ ਵਕਤ ਵਾਪਸ ਆ ਜਾਵੇ ਅਤੇ ਫਾਲਤੂ ਦੁਨੀਆ 'ਚ ਘੁੰਮਣ ਨਾਲੋਂ ਉਹਨਾਂ ਦੇ ਚਰਨਾਂ 'ਚ ਬਹਿ ਕੇ ਬੰਦਾ ਵਕਤ ਗੁਜ਼ਾਰੇ। ਨਹੀਂ, ਅਕਸਰ ਜਿਹੜਾ ਮੇਰੇ ਮੁਤਾਬਿਕ ਇਹ ਹੈ ਕਿ ਜਿਹੜਾ ਵੀ ਉਹਨਾਂ ਕੋਲ ਆਉਂਦਾ ਸੀ ਨਾ ਉਹ ਸਿੱਖਣ ਹੀ ਆਉਂਦਾ ਸੀ, ਮਿਲਣ ਨਹੀਂ ਸੀ ਆਉਂਦੇ। ਮਿਲਣ ਤਾਂ ਉਹ ਆਪਣੇ ਉੱਧਰ ਬਾਹਰ ਹੀ ਮਿਲ ਲੈਂਦੇ, ਸ਼ਾਇਰ ਤੁਹਾਨੂੰ ਸਹੀ ਦੱਸਾਂ ਉਹ ਆਪਸ ਵਿੱਚ ਦੋ 'ਚ ਬਾਹਰ ਉਹਨਾਂ ਦੀ ਮਿਲ ਲੈਂਦੇ ਆ, ਜਿੱਥੇ ਉਹ ਸੁਣਾ ਸਕਦੇ ਆ ਉਹ ਉੱਥੇ ਜਾਂਦੇ ਉਹਦੇ ਮਿਲਣ ਜਿਹਨਾਂ ਨੂੰ ਉਹ ਸੁਣਾ ਸਕਣ, ਅਤੇ ਜਿੱਥੇ ਸੁਣਾ ਨਹੀਂ ਸਕਦੇ ਉੱਥੇ ਮਿਲਣ ਜਾਂਦੇ ਅਤੇ ਉਹਨਾਂ ਨੂੰ ਉਹ ਮਿਲਣ ਨਹੀਂ ਜਾਂਦੇ ਸੀਗੇ, ਉੱਥੇ ਉਹਨਾਂ ਨੂੰ ਮਿਲ ਕੇ ਅਤੇ ਸਿੱਖਣ ਜਾਂਦੇ ਸੀਗੇ। ਅਤੇ ਉਹਨਾਂ ਲਈ ਲਿਜਾ ਕੇ ਅਤੇ ਉਹਨਾਂ ਕੋਲੋਂ ਸਵਰਨ ਸਿੰਘ ਜੀ ਮੇਰੇ ਖਿਆਲ ਨਾਲ ਕਮਿਸ਼ਨਰ ਸੀਗੇ, ਅਤੇ ਆਪਣੇ ਅਬਲੀਸ ਜੀ ਹੁੰਦੇ ਸੀ, ਅਤੇ ਕੁਲਭੂਸ਼ਣ ਜੀ ਵੀ ਉਹਨਾਂ ਕੋਲ ਜਾਂਦੇ ਰਹੇ ਕਾਫੀ ਟਾਈਮ ਸੁਣ, ਅਤੇ ਹੋਰ ਵੀ ਜਿੰਨੇ ਮਤਲਬ ਉੱਧਰਲੇ ਜਿਹੜੇ ਸਾਹਿਤ ਦੇ ਕਪੂਰਥਲੇ ਏਰੀਏ ਦੇ ਸੁਲਤਾਨਪੁਰ ਏਰੀਏ ਦੇ ਜਿੰਨੇ ਵੀ ਸਾਹਿਤ ਨਾਲ ਰਿਲੇਟਡ ਉਸ ਦੌਰ ਦੇ ਸੀਗੇ ਉਹ ਸਾਰੇ ਉਹਨਾਂ ਦੇ ਸ਼ਾਗਿਰਦ ਆ, ਉਹਨਾਂ ਕੋਲ ਹੀ ਸਿੱਖਦੇ, ਚਾਹੇ ਕੁਛ ਲੋਕ ਮੰਨਣ ਜਾਂ ਨਾ ਮੰਨਣ, ਕਿਉਂਕਿ ਬਹੁਤੇ ਲੋਕ ਅੱਜ ਕੱਲ੍ਹ ਪਰਦਾ ਹੀ ਪਾਉਣ 'ਤੇ ਰੱਖਦੇ ਆ, ਇੱਕ ਅੱਧੇ ਦਾ ਨਾਮ ਲੈ ਲੈਂਦੇ। ਹਾਲਾਂਕਿ ਬੰਦਾ ਇੱਕ ਮੈਨੂੰ ਵੀ ਇਹ ਮਹਿਸੂਸ ਵੀ ਹੁੰਦਾ ਕੋਈ ਵੀ ਵੱਡਾ ਸ਼ਾਇਰ ਜਾਂ ਵੱਡਾ ਆਰਟਿਸਟ ਕਿਸੇ ਇੱਕ ਉਸਤਾਦ ਕੋਲ ਸਿੱਖ ਕੇ ਮੁਕੰਮਲ ਨਹੀਂ ਹੋ ਸਕਦਾ, ਉਹਨੂੰ ਬਹੁਤ ਲੋਕਾਂ ਤੋਂ ਸਿੱਖਣਾ ਪੈਂਦਾ। ਪਰ ਉਹ ਇੱਕ ਰਿਵਾਜ਼ ਹੈ ਕਹਿ ਲਓ ਜਾਂ ਇੱਕ ਘਾੜਨਾ ਪਹਿਲਾਂ ਤੋਂ ਬਣੀ ਆ ਵੀ ਚਲੋ ਜਿਨ੍ਹਾਂ ਦਾ ਮੈਂ ਗੰਢਾ ਬਣਿਆ ਸ਼ਾਗਿਰਦ ਬਣਿਆ ਆ ਉਹਨਾਂ ਦਾ ਤਾਂ ਨਾਂ ਲੈਣਾ ਮੇਰਾ ਇਹਤਰਾਮ ਆ, ਜ਼ਰੂਰੀ ਆ। ਪਰ ਜਿਨ੍ਹਾਂ ਤੋਂ ਹਾਲਾਂਕਿ ਉਹਦੇ ਨਾਲੋਂ 80% ਉਹ ਬੰਦਾ ਬਾਹਰੋਂ ਸਿੱਖਿਆ ਹੁੰਦਾ ਅਤੇ ਉਹਨਾਂ ਦਾ ਨਾਮ ਨਹੀਂ ਲੈਂਦੇ, ਅਤੇ ਬਹੁਤੇ ਸ਼ਾਇਰ ਇੱਦਾਂ ਦੇ ਆ ਉਸ ਏਰੀਏ ਦੇ ਵੀ ਆ, ਜ਼ਿਲ੍ਹੇ ਦੇ ਵੀ ਪੂਰੇ ਦੇ, ਅਤੇ ਉਹਨਾਂ ਦੇ ਨਾਂ 'ਤੇ ਕਈ ਬਾਅਦ 'ਚ ਮੈਂ ਪਤਾ ਲੱਗਾ ਵੀ ਕਈ ਸਾਹਿਤ ਦੀਆਂ ਸਭਾਵਾਂ ਵੀ ਚੱਲ ਰਹੀਆਂ ਆ, ਕਈ ਉਹਨਾਂ ਦੇ ਨਾਂ 'ਤੇ ਅਵਾਰਡ ਵੀ ਹੁੰਦੇ ਰਹੇ ਬਾਅਦ 'ਚ, ਲੇਕਿਨ ਫੈਮਿਲੀ ਦਾ ਕਿਸੇ ਨੇ ਪੁੱਛਿਆ ਨਹੀਂ ਜ਼ਿਆਦਾ। ਬਾਅਦ 'ਚ ਫੈਮਿਲੀ ਬਹੁਤ ਹਲਕੀ ਰਹੀ, ਮਤਲਬ ਫਾਈਨੈਂਸ਼ੀਅਲੀ ਤੌਰ 'ਤੇ। ਹੁਣ ਉਹਨਾਂ ਦੇ ਬੇਟੇ ਵਗੈਰਾ ਪੋਤੇ ਵਗੈਰਾ ਕੰਮ ਕਰ ਰਹੇ ਆਪਣਾ ਚੱਲ ਰਿਹਾ, ਲੇਕਿਨ ਇਹ ਵੀ ਉਸ ਦੌਰ ਤੋਂ ਲੈ ਕੇ ਅੱਜ ਤੱਕ ਉਹ ਜਿੱਦਾਂ ਸ਼ੁਰੂ ਤੋਂ ਚੱਲਦੇ ਰਹੇ ਉਹ ਦਰਵੇਸ਼ ਬੰਦੇ ਸੀ, ਉਹਨਾਂ ਨੇ ਆਪਣੇ ਆਪ ਨੂੰ ਨਾ ਤਾਂ ਜ਼ਮਾਨੇ ਨਾਲ ਢਾਲਿਆ ਅਤੇ ਨਾ ਉਹਨਾਂ ਨੇ ਬਦਲਣਾ ਚਾਹਿਆ। ਉਹਨਾਂ ਦਾ ਕੰਮ ਸੀ ਸਿਰਫ ਇਲਮ ਵੰਡਣਾ ਅਤੇ ਸ਼ਾਇਰੀ ਕਰਨੀ ਬਸ, ਅਤੇ ਮਿਹਨਤ ਕਰਨੀ। ਉਹ ਜਿੱਦਾਂ ਕਿ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਰਤ ਦਾ ਦੱਸਿਆ ਹੋਇਆ ਸੀ, ਉਹ ਮਿਸ਼ਨ ਨਾਲ ਵੀ ਬਹੁਤ ਬਰੀਕੀ ਨਾਲ ਅੰਦਰੋਂ ਜੁੜੇ ਹੋਏ ਸੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨਾਲ ਅਤੇ ਇਸ ਚੀਜ਼ ਨਾਲ, ਕਿਉਂਕਿ ਉਹ ਕਿਰਤ ਕਰਨ ਵਾਲੇ ਬੰਦੇ ਸੀ, ਕਿਰਤਕਾੜੀ ਸੀਗੇ। ਉਹਨਾਂ ਨੇ ਕਿਰਤ ਕਰਨੀ, ਆਪਣਾ ਖਾਣਾ ਅਤੇ ਇਲਮ ਵੰਡਣਾ। ਮੇਰੀ 2000 ਮੇਰੇ ਖਿਆਲ 9-10 ਦੇ ਵਿੱਚ ਟੇਪ ਆਈ ਸੀ ਟਾਈਮਜ਼ ਮਿਊਜ਼ਿਕ ਤੋਂ, ਦਿਲ ਲੁੱਟਿਆ, ਠੀਕ ਹੈ। ਉਹਦੇ ਵਿੱਚ ਮੇਰੇ 8 ਗੀਤ ਸੀਗੇ ਅਤੇ ਤੁਹਾਡੀ ਕਿਰਪਾ ਨਾਲ ਉਹਨੂੰ ਕਾਫੀ ਪਿਆਰ ਉੱਧਰ ਮਿਲਿਆ ਅਤੇ ਕਲੱਬਾਂ ਦੇ ਵਿੱਚ ਉਹ ਕਾਫੀ ਰਹੇ। ਉਹਦੇ ਵਿੱਚ ਮੇਰਾ ਇੱਕ ਗਾਣਾ ਸੀਗਾ ਘੁੱਗੀਆਂ ਗਟਾਰਾਂ ਵਾਲਾ, ਲਹਿੰਗਾ ਨੀ ਤੂੰ ਪਾ ਕੇ, ਅਤੇ ਉਹ ਵੀ ਬੜਾ ਪਿਆਰ ਲੋਕਾਂ ਨੇ ਦਿੱਤਾ। ਅਤੇ ਉਸ ਤੋਂ ਬਾਅਦ ਮੇਰੀਆਂ 2-3 ਟੇਪਾਂ ਆਈਆਂ, ਇੱਕ ਤਾਂ ਗੁਰੂ ਰਵਿਦਾਸ ਦੇ ਲਾਲ, ਗੁਰੂ ਪੜ੍ਹੀ ਅੰਮ੍ਰਿਤਵਾਰੀ ਨੂੰ, ਡਿਵੋਸ਼ਨਲ ਕੁਛ ਭੇਟਾਂ ਦੀਆਂ ਵੀ ਆਈਆਂ, ਅਤੇ ਇੱਦਾਂ ਮੇਰੇ 3-4-5 ਪ੍ਰੋਜੈਕਟ ਆਏ ਆ। ਅਤੇ ਉਸ ਤੋਂ ਬਾਅਦ ਮੇਰਾ ਜਲੰਧਰ ਦੇ ਵਿੱਚ ਡੀਟਿਊਨ ਸਟੂਡੀਓ ਦੇ ਨਾਂ 'ਤੇ ਮੈਂ ਆਪਣਾ ਸੈਟਅਪ ਵੀ ਮੇਰਾ ਚੱਲਦਾ ਹੈ। ਅਤੇ ਹੁਣ ਅੱਜ ਕੱਲ੍ਹ ਮੈਂ ਇੱਕ ਨਵਾਂ ਗੀਤ ਬਹੁਤ ਜਲਦ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਜਿਸ ਨੂੰ ਲਿਖਿਆ ਉਸਤਾਦ ਸ਼ਾਇਰ ਜਨਾਬ ਹਰਜਿੰਦਰ ਬਲ ਸਾਹਿਬ ਨੇ, ਅਤੇ ਮੈਂ ਕੋਸ਼ਿਸ਼ ਕੀਤੀ ਆ ਕਿ ਗਾਣੇ ਨੂੰ ਵਧੀਆ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਮੈਨੂੰ ਉਮੀਦ ਆ ਕਿ ਤੁਸੀਂ ਉਹਨੂੰ ਬਹੁਤ ਪਿਆਰ ਦਿਓਗੇ, ਅਤੇ ਬਹੁਤ ਜਲਦ ਤੁਹਾਡੇ ਸਾਹਮਣੇ ਇਹ ਗਾਣਾ ਲੈ ਕੇ ਹਾਜ਼ਰ ਹੋ ਰਹੇ ਹਾਂ। ਬੜੀ ਅੱਛੀ ਗੱਲ ਹੈ, ਸੁਨੇਹੇ ਘੱਲਣ ਦਾ ਰਿਵਾਜ਼ ਸ਼ੁਰੂ ਤੋਂ ਚੱਲਦਾ ਹੀ ਰਿਹਾ ਆ, ਅਤੇ ਵਧੀਆ ਗੱਲ ਹੈ, ਕਿਉਂਕਿ ਸੁਨੇਹਾ ਤੁਹਾਡਾ ਸਹੀ ਟਿਕਾਣੇ 'ਤੇ ਪਹੁੰਚ ਜਾਵੇ ਅਤੇ ਫਿਰ ਹੀ ਉਹਨਾਂ ਸੁਨੇਹਾ ਦਾ ਫਾਇਦਾ। ਅਤੇ ਸੁਨੇਹਾ ਦੇਣ ਵਾਲੇ ਜਾਂ ਕਹਿਣ ਵਾਲੇ ਤਾਂ ਅਸੀਂ ਇਸ ਕਾਬਲ ਨਹੀਂ ਆਪਣੇ ਆਪ ਨੂੰ ਸਮਝਦੇ, ਲੇਕਿਨ ਅਸੀਂ ਬੇਨਤੀ ਆ, ਇੱਕ ਗੁਜ਼ਾਰਿਸ਼ ਆ ਕਿ ਜਿੱਦਾਂ ਮੈਂ ਚਾਹੁੰਦਾ ਕਿ ਪਹਿਲੀ ਗੱਲ ਤਾਂ ਸਕੈਨਿੰਗ ਮਸ਼ੀਨਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਬੰਦ ਹੀ ਕਰ ਦੇਣਾ ਚਾਹੀਦਾ, ਕਿਉਂਕਿ ਸਦੀਆਂ ਤੋਂ ਦੁਨੀਆ ਚੱਲਦੀ ਆਉਂਦੀ ਆ,
ਉਹ ਪੈਦਾਇਸ਼ ਵੀ ਸਦੀਆਂ ਤੋਂ ਚੱਲਦੀ ਆਉਂਦੀ ਆ, ਕੋਈ ਏਡੀ ਮੁਸ਼ਕਿਲ ਗੱਲ ਨਹੀਂ ਗੀ। ਅਤੇ ਜਿਹੜੇ ਗੁਣੀ ਆ ਉਹ ਪਹਿਲਾਂ ਜਿਹੜੇ ਸੀਗੇ ਹੱਥਾਂ ਨੇ ਦੇਖ ਕੇ ਪੈਦਾਇਸ਼ਾਂ ਬੱਚਿਆਂ ਦੀਆਂ ਬੀਬੀਆਂ ਕਰਦੀਆਂ ਰਹੀਆਂ, ਕੋਈ ਏਡੀ ਮਸਲਾ ਨਹੀਂ। ਲੇਕਿਨ ਅੱਜ ਕੱਲ੍ਹ ਜਿੱਦਾਂ ਸਕੈਨਿੰਗ ਕਰਕੇ ਧੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ ਹੈ, ਅਤੇ ਉਹਦੇ ਉੱਤੇ ਰੋਕ ਅਤੇ ਉਸ ਚੀਜ਼ ਤੋਂ ਬਚਣਾ ਚਾਹੀਦਾ, ਕਿਉਂਕਿ ਉਸ ਕੁਦਰਤ ਨੂੰ, ਉਸ ਰੱਬ ਨੂੰ, ਸੱਚੇ ਨੂੰ ਸਭ ਕੁਝ ਪਤਾ ਹੈ। ਉਹਨੇ ਜੋ ਕੋਈ ਵੀ ਚੀਜ਼ ਉਹਨੇ ਬਣਾਈ ਹੈ ਨਾ, ਉਹਨੇ ਬੈਲੈਂਸ ਚੀਜ਼ ਬਣਾਈ ਆ ਕਿਤੇ ਨਾ ਕਿਤੇ। ਇਹ ਨਹੀਂ ਵੀ ਜੇ ਪੰਜਾਬ ਦੇ ਵਿੱਚ ਕੁੜੀਆਂ 1000 ਹੋ ਗਈਆਂ ਅਤੇ ਦਿੱਲੀ 'ਚ ਵੀ 1000 ਆ, ਨਹੀਂ। ਉਹ ਗੁਜਰਾਤ 'ਚ 600 ਵੀ ਹੋ ਸਕਦੀਆਂ, ਮਹਾਰਾਸ਼ਟਰ 'ਚ 300 ਵੀ ਹੋ ਸਕਦੀਆਂ। ਕੀ ਪਤਾ ਇੱਥੇ ਉਹ ਇਸ ਕਰਕੇ ਪੈਦਾ ਹੋਈਆਂ ਕਿ ਉਹ ਕਿਤੇ ਹੋਰ ਜਾ ਕੇ ਬਸਣਗੀਆਂ, ਕਿਤੇ ਹੋਰ ਜਾ ਕੇ ਬਸਣਗੀਆਂ। ਸਾਡੇ ਹੁਣ ਦੇਖੋ ਤਾਂ ਹੁਣ ਸਾਡੇ ਬੱਚੇ ਕਿਤੇ ਅਮਰੀਕਾ ਬਚੇ, ਉਹ ਕੈਨੇਡਾ, ਇੰਗਲੈਂਡ, ਮੇਰੇ ਖਿਆਲ ਨਾਲ ਕੋਈ ਨਕਸ਼ੇ ਦੇ ਉੱਤੇ ਕੋਈ ਦੁਨੀਆ ਦਾ ਸ਼ਹਿਰ ਨਹੀਂ ਬਚਿਆ ਹੋਣਾ ਜਿੱਥੇ ਨਹੀਂ। ਇਸ ਕਰਕੇ ਧੀਆਂ ਨੂੰ ਪਿਆਰ ਕਰੋ ਅਤੇ ਕੁੱਖਾਂ ਵਿੱਚ ਕਤਲੇਆਮ ਨੂੰ ਬੰਦ ਕਰਕੇ ਇਹਨੂੰ ਸੇਫ ਸਮਝੋ। ਇਹ ਕੁਦਰਤ ਹੈ, ਜੋ ਤੁਹਾਨੂੰ ਮਿਲ ਰਿਹਾ ਉਹ ਉਹਦੇ ਹੁਕਮ 'ਚ ਹੀ ਆ, ਉਸ ਤੋਂ ਬਾਹਰ ਕੁਛ ਨਹੀਂ। ਅਤੇ ਮੈਂ ਦੂਜੀ ਗੱਲ ਕਹਿਣਾ ਚਾਹੁੰਦਾ ਕਿ ਰੁੱਖਾਂ ਲਈ, ਰੁੱਖ ਬਹੁਤ ਜ਼ਰੂਰੀ ਆ। ਸਿਰਫ ਤੁਸੀਂ ਜ਼ਿਆਦਾ ਨਹੀਂ ਸੋਚਣਾ। ਜਦੋਂ ਤੁਸੀਂ ਰੁੱਖ ਲਾਉਣੇ ਆ, ਇੱਕ ਰੁੱਖ ਇਸ ਕਰਕੇ ਲਾ ਲਓ ਕਿ ਜਿੱਦਣ ਮੈਂ ਮਰਨਾ ਮੇਰਾ ਸੰਸਕਾਰ ਤਾਂ ਕਰਨਾ ਹੀ ਆ, ਸਿਰਫ ਮੈਂ ਉਹ ਲਈ ਲਾਉਣਾ ਆ। ਮੈਨੂੰ ਕੋਈ ਮਤਲਬ ਨਹੀਂ ਇਨਵਾਇਰਨਮੈਂਟ ਨਾਲ, ਮੈਨੂੰ ਕੁਛ ਨਹੀਂ ਫਾਇਦਾ ਕਿ ਹਵਾ ਠੰਡੀ ਦੇਵੇ, ਗੈਸ ਦੇਵੇ, ਸਿਰਫ ਫੂਕਣਾ ਤਾਂ ਹੈ ਨਾ ਤੁਹਾਨੂੰ। ਅਤੇ ਫੂਕਣ ਲਈ ਤਾਂ ਲਾ ਸਕਦੇ ਹੋ ਯਾਰ ਆਪਣੇ ਲਈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਬਰਸਾਤਾਂ ਠੰਡ ਤੋਂ ਬਚਾਉਣ ਲਈ ਘਰ ਬਣਾ ਕੇ ਦੇ ਜਾਣ ਦੇ, ਲੈ ਕੇ ਤਾਂ ਨਹੀਂ ਚੱਲੇ। ਤੁਸੀਂ ਘਰ ਵੀ ਇੱਥੇ ਛੱਡ ਜਾਣਾ, ਦੌਲਤ ਵੀ ਇੱਥੇ ਛੱਡ ਜਾਣੀ, ਆ ਸਾਰਾ ਕੁਝ ਜੋ ਤਾਮਝਾਮ ਮੈਂ ਖਰੀਦਿਆ ਆ ਆਪਣੇ ਸ਼ੌਕ ਲਈ ਵੀ, ਚਾਹੇ ਆਪਣੇ ਰੂਹ ਲਈ, ਉਹ ਸਭ ਕੁਝ ਇੱਥੇ ਛੱਡ ਜਾਣਾ। ਪਰ ਜੇ ਮੈਂ ਕੋਈ ਆਪਣੇ ਲਈ ਰੁੱਖ ਲਾਇਆ, ਉਹ ਮੈਨੂੰ ਵੱਢਣਾ ਪੈਣਾ। ਜੇ ਮੇਰਾ ਲਾਇਆ ਕੋਈ ਹੋਰ ਵੱਢੂਗਾ, ਉਹਦਾ ਲਾਇਆ ਮੈਂ ਵੱਢ ਕੇ ਮੇਰੇ 'ਤੇ ਪਾਤਾ, ਮੇਰਾ ਲਾਇਆ ਤੁਹਾਡੇ 'ਤੇ ਵੱਢ 'ਤੇ ਪਾਤਾ। ਅਤੇ ਇਸ ਕਰਕੇ ਗੁਜ਼ਾਰਿਸ਼ ਹੈ ਕਿ ਹਰ ਬੰਦਾ 1 ਜਾਂ 2 ਆਪਣੇ ਲਈ ਰੁੱਖ ਉਹ ਲਾਵੇ ਜਿਹੜੇ ਉਹਦੇ ਬਾਲਣ ਜੋਗੇ ਹੋ ਜਾਣ, ਅਤੇ ਉਹ ਵੀ ਸਕੂਨ ਨਾਲ ਜਾਵੇ, ਅਤੇ ਦੁਨੀਆ ਵੀ ਬਚੀ ਰਹੇ, ਇਨਵਾਇਰਨਮੈਂਟ ਵੀ ਬਚੇ। ਅਤੇ ਜਿੰਨੀ ਦੁਨੀਆ ਵੱਧਦੀ ਹੋ ਗਈ ਹੈ ਅਤੇ ਉਹਨੇ ਰੁੱਖ ਹੋ ਜਾਣਗੇ ਉਸ ਤੋਂ ਵੀ ਵੱਧ, ਅਤੇ ਉਹ ਵਧੀਆ ਹੋ ਜਾਏਗਾ ਆਪਣੇ ਲਈ। ਇਹ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਕਿਤਾਬਾਂ ਜ਼ਰੂਰੀ ਚੀਜ਼ ਹੈ, ਅਹਿਮੀਅਤ ਹੈ ਉਹਨੂੰ। ਇਹ ਨਹੀਂ ਕਿ ਤੁਸੀਂ ਅੱਜ ਕੱਲ੍ਹ ਡਿਜੀਟਲ ਦੌਰ ਆ ਗਿਆ ਆ, ਤੁਸੀਂ ਕਿਤਾਬਾਂ ਮੋਬਾਈਲਾਂ 'ਚੋਂ ਵੀ ਪੜ੍ਹ ਸਕਦੇ ਹੋ। ਉਹ ਅੱਜ ਕੱਲ੍ਹ ਦੀਆਂ ਕਿਤਾਬਾਂ ਦਾ ਮੈਨੂੰ ਲੱਗਦਾ ਕਿ ਤੁਹਾਨੂੰ ਕਿਤਾਬ ਸ਼ਾਇਦ ਉਨੀ ਸਮਝ ਆਵੇ ਨਾ ਆਵੇ, ਤੁਹਾਨੂੰ ਉਹਦਾ ਫਾਇਦਾ ਮਿਲੇ ਨਾ ਮਿਲੇ, ਤੁਹਾਡੇ ਨੂੰ ਨੁਕਸਾਨ ਜ਼ਰੂਰ ਹੋ ਰਿਹਾ, ਤੁਹਾਡੀਆਂ ਅੱਖਾਂ ਤਾਂ ਜਾ ਹੀ ਰਹੀਆਂ ਆ, ਠੀਕ ਜੀ। ਅਤੇ ਅੱਖਾਂ ਨੂੰ ਬਚਾਓ ਅਤੇ ਕਿਤਾਬਾਾਂ ਖਰੀਦੋ, ਕਿਉਂਕਿ ਸ਼ਾਇਰ ਜਿਹੜੇ ਲਿਖਦੇ ਆ ਉਹਨਾਂ ਤੱਕ ਵੀ ਕਿਤਾਬਾਂ ਦਾ ਉਸ ਮੁੱਲ ਪਹੁੰਚਣਾ ਚਾਹੀਦਾ। ਤੁਸੀਂ ਜ਼ਰੂਰੀ ਨਹੀਂ ਤੁਸੀਂ 500 1000 2-2000 ਦੀਆਂ ਕਿਤਾਬਾਂ, ਜਿੰਨੇ ਤੁਹਾਡੀ ਹੈਸੀਅਤ ਹੈ, ਹਰ ਮਹੀਨੇ 1 ਜਾਂ 2 ਕਿਤਾਬਾਂ ਜ਼ਰੂਰ ਖਰੀਦੋ। ਕਿਤਾਬਾਂ ਨੂੰ ਪੜ੍ਹੋ ਔਰ ਉਹਨਾਂ ਨੂੰ ਸੁੱਟੋ ਨਾ, ਉਹਨਾਂ ਨੂੰ ਰੱਖੋ ਆਪਣੇ ਕੋਲ ਸੰਭਾਲ ਕੇ, ਕਿਉਂਕਿ ਤੁਹਾਡੇ ਬੱਚੇ ਵੀ ਪੜ੍ਹਨਗੇ। ਕਿਉਂਕਿ ਤੁਸੀਂ ਉਹ ਜੇ ਅੱਜ 50 ਰੁਪਏ ਦੀ ਖਰੀਦੀ, ਉਹ 50 ਰੁਪਏ ਦੀ ਤੁਹਾਨੂੰ 20 ਸਾਲ 50 ਸਾਲ ਬਾਅਦ ਉਹ ਲੱਭਣੀ ਨਹੀਂ, ਪਹਿਲੀ ਗੱਲ ਤਾਂ। ਕਿਉਂਕਿ ਬਹੁਤੀਆਂ ਕਿਤਾਬਾਂ ਕਈ ਵੇਲੇ ਐਸੀਆਂ ਹੁੰਦੀਆਂ ਜਿਨ੍ਹਾਂ ਦਾ ਐਡੀਸ਼ਨ ਮੁੜ ਕੇ ਕਈ ਵੇਲੇ ਛਪਦਾ ਹੀ ਨਹੀਂਗਾ। ਅਤੇ ਉਹ ਕਿਤਾਬਾਂ ਨੂੰ ਸੰਭਾਲੋ, ਆਪਣੇ ਬੱਚਿਆਂ ਲਈ ਸੰਭਾਲੋ, ਪੜ੍ਹਨੇ ਦੀ ਆਦਤ ਪਾਓ। ਕਿਤਾਬਾਂ ਬਹੁਤ ਜ਼ਰੂਰੀ ਚੀਜ਼ ਹੈ, ਕਿਉਂਕਿ ਅਸੀਂ ਦੇਖੋ, ਅਸੀਂ ਹਰ ਧਰਮ, ਕਿਸੇ ਵੀ ਧਰਮ ਨੂੰ ਮੰਨਦੇ ਹਾਂ, ਅਤੇ ਮੇਨ ਪਹਿਲਾਂ ਉਹਦੀ ਇੱਕ ਗ੍ਰੰਥ ਹੀ ਆ ਜਿਹੜੀ ਸਾਨੂੰ ਉਹਦੇ ਨਾਲ ਜੋੜਦੀ ਆ। ਅਤੇ ਇਹੀ ਕਿਤਾਬਾਂ ਵੀ ਸਾਨੂੰ ਸਾਡੇ ਸ਼ੌਕ, ਰੂਹ ਨੂੰ, ਉਹ ਸਾਨੂੰ ਆਪਣੇ ਇਨਸਾਨੀ ਤੌਰ 'ਤੇ ਜੋੜਦੀਆਂ। ਅਸਲ 'ਚ ਰੂਹਾਨੀ ਤੌਰ 'ਤੇ ਤੁਸੀਂ ਉਹਨਾਂ ਕਿੰਨੇ ਜੁੜਦੇ ਹੋ, ਇਹ ਕੋਈ ਉਹ ਨਹੀਂ ਦੱਸ ਸਕਦਾ ਕਿ ਤੁਸੀਂ ਕਿੰਨਾ ਕੁ ਉਹਦੇ ਨਾਲ ਜੁੜ ਗਏ ਜਾਂ ਕਿੱਥੇ ਤੱਕ ਅਪਰੋਚ ਹੈ ਤੁਹਾਡੀ। ਇਹ ਤਾਂ ਜੇ ਤੁਸੀਂ ਦੁਨਿਆਵੀ ਕਿਤਾਬ ਪੜ੍ਹ ਕੇ, ਜਿਹੜੀਆਂ ਆਮ ਕਿਤਾਬਾਂ ਪੜ੍ਹ ਕੇ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ, ਕਿਸੇ ਦਾ ਜਵਾਬ ਦੇ ਸਕਦੇ ਹੋ। ਅਤੇ ਇਸ ਕਰਕੇ ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹਨੇ ਦਾ ਸ਼ੌਕ ਰੱਖੋ, ਕਿਤਾਬਾਂ ਖਰੀਦਣ ਦਾ ਸ਼ੌਕ ਰੱਖੋ, ਇਹ ਬਹੁਤ ਜ਼ਰੂਰੀ ਚੀਜ਼ ਹੈ। ਗੀਤ ਕਿੱਦਾਂ ਦਾ ਹੋਣਾ ਚਾਹੀਦਾ? ਗੀਤ ਇਹ ਸਭ ਤੋਂ ਮੁਸ਼ਕਿਲ ਮੁੱਦਾ ਹੈ, ਕਿਉਂਕਿ ਜਦੋਂ ਅਸੀਂ ਕਿਸੇ ਨਾਲ, ਮੰਨ ਲਓ ਮੈਂ ਐਜ਼ ਏ ਕਲਾਕਾਰ ਕਿਸੇ ਮਿਊਜ਼ਿਕ ਡਾਇਰੈਕਟਰ ਕੋਲ ਜਾਣਾ ਆ, ਤਾਂ ਉਹ ਪਹਿਲਾਂ ਜਿੰਨੇ ਤੁਸੀਂ ਗਾਣੇ ਲੈ ਕੇ ਜਾਂਦੇ ਹੋ ਨਾ, ਉਹ ਕਹਿਣ ਦਾ ਸਾਈਡ 'ਤੇ ਕਰ ਦਿਓ,
ਇੱਕ ਅੱਧਾ ਕੋਈ ਗਾਣਾ ਦੇਖ ਲੈਂਦੇ ਤੇ ਕਹਿੰਦੇ ਵੀ ਆਹ ਠੀਕ ਹੈ। ਉਹ ਹੁਣ ਜਿਹੜਾ ਉਹ ਕਹਿਣਗੇ ਠੀਕ ਹੈ, ਉਹ ਕਈ ਵੇਲੇ ਕਲਾਕਾਰ ਨੂੰ ਹਲਕਾ ਸਭ ਤੋਂ ਲੱਗਣ ਡਿਆ ਹੁੰਦਾ, ਕਿਉਂਕਿ ਹੁਣ ਆਰਟਿਸਟ ਜਿਹੜਾ ਹੁੰਦਾ ਉਹ ਸਮਾਜ ਦੇ ਮੁਤਾਬਿਕ ਹੀ ਚੱਲਦਾ ਹੈ, ਅਤੇ ਕੋਸ਼ਿਸ਼ ਇਹੀ ਕਰਦਾ ਵੀ ਜੇ ਮੈਂ ਉਹ ਚੀਜ਼ ਨੂੰ ਗਾਵਾਂ ਕਿ ਜਿਹੜੀ ਵਧੀਆ ਹੋਵੇ। ਲੇਕਿਨ ਕੁਛ ਲੋਕ ਇੱਦਾਂ ਦੇ ਆ ਜਿਹੜੇ ਉਸ ਦੇ ਬਿਲਕੁਲ ਉਲਟ ਆ। ਉਹ ਕਹਿੰਦੇ ਮਾਰਕੀਟ 'ਚ ਚੱਲਦਾ। ਮੈਂ ਤਾਂ ਪਹਿਲੀ ਗੱਲ ਤਾਂ ਇਸ ਅੱਜ ਤੱਕ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕਿਆ ਕਿ ਮਾਰਕੀਟ 'ਚ ਚੱਲਦਾ ਕੀ ਆ, ਅਤੇ ਨਾ ਮੈਨੂੰ ਲੱਗਦਾ ਕਿ ਇਹਨੂੰ ਸਮਝ ਪੈਣਾ ਕਿਸੇ ਦੇ ਵੱਸ ਦੀ ਗੱਲ ਹੈ, ਕਿਉਂਕਿ ਉਹ ਸਮਝ ਹੀ ਕੁਛ ਨਹੀਂ ਵੀ ਕੀ ਚੱਲਦਾ ਹੈ। ਕਦੀ ਤੁਹਾਡਾ ਗਾਣਾ ਜਿਹੜਾ ਤੁਸੀਂ ਕਹਿ ਲਓ ਕਿ ਘਰੇਲੂ ਗਾਣਾ ਸੁਣਨ ਵਾਲਾ ਉਹ ਮਾਰਕੀਟ 'ਚ ਚੱਲਦਾ ਹੀ ਨਹੀਂਗਾ, ਅਤੇ ਉਹਨੂੰ ਕੋਈ ਜੇ ਕਿਸੇ ਕੋਲ ਲੈ ਕੇ ਜਾਓ ਕੰਪਨੀ ਵਾਲਾ ਕੋਈ ਨਹੀਂ ਲੈਂਦਾ। ਅਤੇ ਆਰਟਿਸਟ ਮਿਹਨਤ ਕਰਦਾ, ਉਹ ਬਣਾਉਂਦਾ ਗਾਣੇ ਇੰਨੇ ਕੁਛ ਕਰਕੇ, ਅਤੇ ਉਹ ਜੇ ਉਹਦੀ ਕੋਈ ਬੁੱਕ ਤੇ ਮਤਲਬ ਕੰਪਨੀ ਵਾਲੇ ਹੱਸ ਕੇ ਲੈਂਦੇ ਹੀ ਨਹੀਂ। ਸੁਣਨਾ ਤਾਂ ਵੱਖਰੀ ਗੱਲ ਆ, ਕੰਪਨੀ ਵਾਲਾ ਇਹ ਨਹੀਂ ਕਹਿੰਦਾ ਯਾਰ ਮੈਂ ਜੇ ਸਾਲ 'ਚ 100 ਗਾਣਾ ਆਹ ਕੀਤਾ ਆ ਜਿਹੜੇ ਹਿੱਟ ਵੀ ਹੋ ਗਏ ਮੇਰੀ ਕੰਪਨੀ ਦੇ, ਬੰਦੂਕਾਂ ਵਾਲੇ ਵੀ ਚੱਲ ਗਏ ਆ, ਗੁੰਡਿਆਂ ਵਾਲੇ ਵੀ ਚੱਲ ਗਏ ਆ, ਅਤੇ ਜੇ ਯਾਰ ਮੈਂ 5 ਗਾਣੇ ਮੇਰੇ ਕੋਲ ਸਾਲ ਦੇ ਆ ਵੀ ਆ ਗਏ ਤਾਂ ਮੈਂ ਵੀ ਰਿਲੀਜ਼ ਕਰ ਦੇਵਾਂ। ਉਹ 5 ਨੂੰ ਸੋਚਦੇ ਨਹੀਂ ਗੇ। ਅਤੇ ਮੈਂ ਚਾਹੁੰਦਾ ਕਿ ਭਾਈ ਗਾਣੇ ਉਹ ਕਰੋ, ਬੰਦੂਕਾਂ ਦਾ ਇਹ ਸ਼ੌਕ ਆ, ਇਹਨੂੰ ਗਾਣਿਆਂ ਦਾ ਨਾ ਮਤਲਬ ਕਰੋ। ਠੀਕ ਹੈ, ਤੁਹਾਨੂੰ ਬੰਦੂਕਾਂ ਚਲਾਉਣ ਦਾ ਸ਼ੌਕ ਆ, ਸ਼ੌਕ ਤਾਂ ਬੰਦੇ ਨੂੰ ਹੋਰ ਵੀ ਬਹੁਤ ਸਾਰੇ ਆ। ਹੁਣ ਉਹਨਾਂ ਦੇ ਤਾਂ ਨਹੀਂ ਗਾਣੇ ਤੁਸੀਂ ਬਣਾਉਂਦੇ ਨਾ, ਅਤੇ ਇਸ ਕਰਕੇ ਸ਼ੌਕ ਅਲੱਗ ਚੀਜ਼ ਆ, ਕਲਚਰ ਅਲੱਗ ਚੀਜ਼ ਆ। ਉਹਨੂੰ ਦੋਨਾਂ ਨੂੰ ਦੇਖ ਕੇ ਅਤੇ ਉਹਨੂੰ ਜਦ ਗਾਣਾ ਸਿਰਫ ਇਨਸਾਨ ਲਈ ਆ, ਬੰਦੇ ਦੇ ਸਿਰਫ ਜਜ਼ਬਾਤ ਲਈ। ਜਜ਼ਬਾਤ ਦਾ ਮਤਲਬ ਲੜਾਈ ਝਗੜੇ ਤੇ ਤੁਸੀਂ ਗਾਣਾ ਤੁਸੀਂ ਇਹ ਸੁਣਿਆ ਕਿ ਤੁਸੀਂ ਕਿਸੇ ਦੇ ਵਿਆਹ ਰੱਖਿਆ, ਕਿਤੇ 4 ਬੰਦੇ ਇਕੱਠੇ ਹੋਏ ਆ, ਕੋਈ ਆਪਣੇ ਰਿਸ਼ਤੇਦਾਰ ਹੀ ਇਕੱਠੇ ਹੋ ਗਏ, ਹਾਂ ਤੁਸੀਂ ਨੱਚਦੇ ਟੱਪਦੇ ਗਾ ਲੂੰਗੇ। ਤੁਸੀਂ ਤਲਵਾਰਾਂ ਕੱਢੀਆਂ ਆ, ਅਤੇ ਹੁਣ ਮੰਨ ਲਓ ਮੇਰੇ ਪਿੰਡ 'ਚ ਕਿਸੇ ਨਾਲ ਲੜਾਈ ਹੋ ਗਈ, ਹੁਣ ਮੈਂ ਤਲਵਾਰ ਕੱਢ ਕੇ ਪਹਿਲਾਂ ਕਿਸੇ ਨੂੰ ਗਲੀ 'ਚ ਖੜ੍ਹ ਕੇ ਗਾਉਂਦੇ ਨੂੰ ਦੇਖਿਆ? ਕਿਸੇ ਨੂੰ ਗਾਉਂਦੇ ਨੂੰ ਅੱਜ ਤੱਕ ਦੇਖਿਆ ਤੁਸੀਂ? ਜੇ ਕਿਸੇ ਨੇ ਦੇਖਿਆ ਭਾਈ ਮੈਨੂੰ ਦੱਸ ਦਿਓ ਵੀ ਉਹਨੇ ਪਹਿਲਾਂ ਗਾਣਾ ਗਾਇਆ ਤਲਵਾਰ ਕੱਢ ਕੇ ਜਾਂ ਬੰਦੂਕ ਪਹਿਲਾਂ ਹੁਣ ਮੋਢੇ 'ਤੇ ਰੱਖ ਕੇ ਮਹੱਲੇ 'ਚ ਗਾਣਾ ਗਾਇਆ, ਅਤੇ ਜਦੋਂ ਲੜਾਈ ਹੋਣ ਲੱਗੀ ਬਾਅਦ 'ਚ ਗੋਲੀਆਂ ਚਲਾਈਆਂ ਜਾਂ ਗੋਲੀਆਂ ਚਲਾ ਕੇ ਗਾਣਾ ਗਾਇਆ? ਯਾਰ ਇਹ ਫਾਲਤੂ ਸਿਰਫ ਮਨ ਦਾ ਇੱਕ ਦਿਮਾਗੀ ਵਹਿਮ ਆ। ਇਹ ਐਵੇਂ ਕੁਛ ਨਹੀਂ, ਜੱਟ ਨੂੰ ਵੀ ਬਦਨਾਮ ਕਰਤਾ, ਲੋਕਾਂ ਨੂੰ ਵੀ ਬਦਨਾਮ ਕਰਦਾ, ਨਵੀਂ ਜਨਰੇਸ਼ਨ ਨੂੰ ਵੀ ਖਰਾਬ ਕਰ ਦਿੱਤਾ। ਅਤੇ ਤੁਸੀਂ ਕੋਈ ਫਾਇਦਾ ਥੋੜ੍ਹੀ ਕਿਸੇ ਦਾ ਕੀਤਾ, ਅਤੇ ਕੀਤਾ ਕੀ ਤੁਸੀਂ? ਸਿਰਫ 4 ਛਿਲੜਾਂ ਹੀ ਕਮਾਈਆਂ ਪੈਸੇ ਦੀਆਂ, ਉਹ ਵੀ ਹੁਣ ਤੁਹਾਨੂੰ ਉਹਨਾਂ ਨੂੰ ਹੀ ਸ਼ੋਅ ਆਉਂਦੇ ਆ। ਅਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਨਿਕਲ ਕੇ ਘਰੇਲੂ ਗਾਣੇ ਜਿਹਦੇ 'ਚ ਸਭ ਲੋਕ ਸੁਣਨ, ਜਿੱਦਾਂ ਸਰਦੂਲ ਜੀ ਹੋਏ, ਹੰਸਰਾਜ ਜੀ ਹੋ ਗਏ, ਉਸਤਾਦ ਜੀ, ਪੁਰਾਣੇ ਸਾਰੇ ਜਿੰਨੇ ਵੀ ਆਰਟਿਸਟ ਵੱਡੇ ਤੁਸੀਂ ਦੇਖੋ ਉਹਦੇ 'ਚ ਰੁੱਤਾਂ ਦੀ ਗੱਲ ਆ ਗਾਣਿਆਂ 'ਚ, ਹੈ ਨਾ, ਸੌਣ ਦੇ ਮਹੀਨੇ ਦੀਆਂ ਗੱਲਾਂ ਆ, ਅਤੇ ਘਰ ਦੇ ਕਲਚਰ ਦੀਆਂ ਵਿਆਹਾਂ ਦੀਆਂ ਗੱਲਾਂ ਆ, ਘਰ ਦੇ ਮੇਲਣਾਂ ਦੀਆਂ ਗੱਲਾਂ ਆ, ਪਿੰਡ 'ਚ ਜਾਗੋ ਨਿਕਲ ਰਹੀ ਆ ਉਹਨਾਂ ਦੀਆਂ ਗੱਲਾਂ ਆ, ਇਹ ਹੁੰਦੇ। ਅਤੇ ਜੇ ਕਹਿ ਲਓ ਕਿ ਇੱਕ ਪਿਆਰ ਮੁਹੱਬਤ ਦੀ ਗੱਲ ਹੈ, ਉਹ ਵੀ ਇੱਕ ਕਿਤੇ ਛੱਲਾ ਮੁੰਦੀ ਨਿਸ਼ਾਨੀ ਹੋ ਗਈ ਉਹਦੀ ਗੱਲ ਹੈ। ਉਹ ਤਾਂ ਕੋਈ ਗੱਡੀਆਂ ਦੇ ਟਾਇਰਾਂ 'ਤੇ ਤੁਸੀਂ ਗਾਣਾ ਕਿ ਸਹੇਲੀ ਨੂੰ ਕਾਹਦੇ ਲਈ ਸੁਣਾਓਗੇ? ਮੈਂ ਮੰਨ ਲਓ ਜੇ ਮੇਰੀ ਕੋਈ ਫਰੈਂਡ ਹੈ ਤਾਂ ਮੈਂ ਉਹਨੂੰ ਕੀ ਕਹਾਂ ਵੀ ਮੈਂ ਆਪਣੀ ਹੈਲੋ ਵੀ ਮੈਂ ਅੱਜ ਗੱਡੀ ਦੇ ਫਲਾਨੀ ਕੰਪਨੀ ਦੇ ਟਾਇਰ ਪਵਾ ਲਏ ਆ। ਹੁਣ ਉਹਨੂੰ ਮੈਂ ਕਿੱਦਾਂ ਮੁਤਾਸਰ ਕਰਾਂ? ਕੀ ਮਤਲਬ ਇਹਦਾ? ਕੋਈ ਸਮਝ? ਅਤੇ ਜੇ ਮੈਂ ਇਹਦਾ ਗਾਣਾ ਬਣਾ ਕੇ ਹਿੱਟ ਹੋ ਗਿਆ ਅਤੇ ਫਿਰ ਵੀ ਮੈਨੂੰ ਇਹਦਾ ਮਤਲਬ ਨਹੀਂ ਸਮਝ ਆਉਣਾ, ਅਤੇ ਉਹ ਇਨਡਾਇਰੈਕਟਲੀ ਅਸੀਂ ਸਮਾਜ ਨੂੰ ਖਰਾਬ ਹੀ ਕਰ ਰਹੇ ਹਾਂ। ਅਤੇ ਸਮਾਜ ਨੂੰ ਖਰਾਬ ਹੋਣ ਤੋਂ ਬਚਾਓ, ਅਤੇ ਆਪਣੇ ਜਿਹੜੇ ਗਾਣੇ ਆ ਵਧੀਆ ਮੀਨਿੰਗਫੁਲ ਔਰ ਲੋਕਾਂ ਨੂੰ ਸਮਝਣ, ਇਨਸਾਨ ਦੇ ਸਮਝਣ ਲਈ ਜਜ਼ਬਾਤ ਨਾਲ ਜੁੜੇ ਹੋਏ, ਜਿਹੜਾ ਅੱਖ 'ਚੋਂ ਹੰਝੂ ਲਿਆਵੇ। ਮੇਰੇ ਉਸਤਾਦ ਜੀ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਬੇਟਾ ਜਿਹੜੇ ਗਾਣੇ 'ਚ ਦਰਦ ਨਹੀਂ ਹੈ ਨਾ, ਉਹ ਗਾਣੇ ਦਾ ਕੋਈ ਮਤਲਬ ਨਹੀਂ ਹੈ। ਜਿਹਦੇ 'ਚ ਵਿਰਾਗ ਨਹੀਂ ਹੈਗਾ, ਉਹ ਗਾਣੇ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਉਹਨੂੰ ਸੁਣੋ, ਉਹਨੂੰ ਜੇ ਤੁਹਾਨੂੰ ਜਜ਼ਬਾਤੀ ਤੌਰ 'ਤੇ ਤੁਸੀਂ ਉਹਨਾਂ ਗਾਣੇ ਨਾਲ ਮਿਊਜ਼ਿਕ ਉਹੀ ਆ, ਸਿਰਫ ਉਹਦੇ 'ਚ ਜਿਹੜੇ ਬੋਲ ਹੈ ਨਾ ਉਹ ਤੁਹਾਨੂੰ ਉਸ ਗਾਣੇ ਨਾਲ ਜੋੜਦੇ ਆ। ਹੁਣ ਇੰਗਲਿਸ਼ ਦੇ ਗਾਣੇ ਤੁਸੀਂ ਸਾਨੂੰ ਸਮਝ ਨਹੀਂ ਆਉਂਦੇ, ਗੋਰਿਆਂ ਨੂੰ ਸਮਝ ਆਉਂਦੇ ਆ ਜਦੋਂ ਆਪਾਂ ਰੌਕ ਵਗੈਰਾ ਉਹਨਾਂ ਦੇ ਉਹ ਸੁਣਦੇ ਆ, ਉਹਨਾਂ ਨੂੰ ਆਪਣੇ ਲਫ਼ਜ਼ ਸਮਝ ਆਉਂਦੇ ਆ, ਸਾਨੂੰ ਉਹ ਸਮਝ ਨਹੀਂ ਆਉਂਦੇ, ਅਸੀਂ ਉਹਨਾਂ ਜੋੜ ਨਹੀਂ ਪਾਉਂਦੇ। ਅਤੇ ਸਾਡੇ ਗਾਣਿਆਂ ਨਾਲ ਉਹ ਨਹੀਂ ਜੋੜ ਪਾਉਂਦੇ, ਪਰ ਲੇਕਿਨ ਉਹ ਜਦੋਂ ਸਾਡਾ ਢੋਲ ਵੱਜਦਾ ਆ ਜਾਂ ਸਾਡੇ ਉਹ 20 ਪੀਸ ਵੱਜਦੇ ਆ ਤਾਂ ਉਹ ਕਹਿੰਦੇ ਆ ਨਾਈਸ ਹੈ।
ਮਿਊਜ਼ਿਕ ਦੀ ਕੋਈ ਜ਼ੁਬਾਨ ਨਹੀਂ ਗੀ ਤੇ ਲਫ਼ਜ਼ ਤੁਹਾਨੂੰ ਇਨਸਾਨ ਤੋਂ ਇਨਸਾਨ ਨੂੰ ਜੋੜਨ ਲਈ, ਤੁਹਾਡੇ ਜਜ਼ਬਾਤ ਨੂੰ ਸਮਝਣ ਲਈ ਉਹ ਲਫ਼ਜ਼ ਆ, ਤੇ ਲਫ਼ਜ਼ ਅੱਛੇ ਹੋਣ ਤੇ ਤੁਸੀਂ ਉਹਨਾਂ ਨਾਲ ਜੁੜਦੇ ਹੋ, ਤੇ ਉਸ ਜੁੜੇ ਹੋਏ ਤੁਸੀਂ ਆਪਣੇ ਆਖਰੀ ਸਾਹ ਤੱਕ ਉਹਨਾਂ ਨਾਲ ਜੁੜੇ ਰਹਿੰਦੇ ਹੋ। ਤੇ ਇਸ ਕਰਕੇ ਅੱਛੇ ਗਾਣੇ ਬਣਾਓ, ਅੱਛੇ ਵਿੱਚੋਂ ਅੱਛਾ ਸੁਣੋ।